ਤੇ ਅਸੀਂ ਬਦਲੇ ਹੀ ਤੁਹਾਡੀਆਂ ਉਹ ਖਵਾਤੀਨ ਦਾ ਸਿਰਫ ਤੁਹਾਨੂੰ ਸ਼ੀਸ਼ਾ ਵਹਾਇਆ ਹੈ। ਸਾਡੀਆਂ ਮਾਵਾਂ ਦੀਆਂ ਤੇ ਗਰੰਟੀਆਂ ਸਮਾਨ ਤੋਂ ਆਈਆਂ ਨੇ, ਅਰਸ਼ ਤੋਂ ਆਈਆਂ ਨੇ। ਤੁਸੀਂ ਕਿਹੜੀਆਂ ਖਵਾਤੀਨ ਲਈ ਫਿਰਦੇ ਹੋ? ਜਿਹੜੀਆਂ ਖਵਾਤੀਨ ਦੀ ਇੱਜ਼ਤ ਵਾਸਤੇ ਤੂੰ ਆਨੇ ਨੇ, ਮੈਂ ਗੱਲ ਨਹੀਂ ਕਰਨਾ ਚਾਹੁੰਦਾ। ਇਹ ਤੇ ਉਮੁਲ ਮੋਮਿਨੀਨ ਦੀਆਂ ਜੁੱਤੀ ਦੀਆਂ ਨਾਲ ਲੱਗੀ ਧੂੜ ਦੇ ਬਰਾਬਰ ਵੀ ਨਹੀਂ ਹਨ, ਜਿਹਦੀ ਗਵਾਹੀ ਅਸਮਾਨ ਤੋਂ ਆਈ ਹੈ। अबू बकर सदीक रजी अल्लाह ताला उन्होंने आख्या कुरान दियां जिस आयतां नबी अलैहिस्सलाम ने सूरा नूर दियां पढ़ के सुनाइयां ना, अबू बकर सदीक रजी अल्लाह ताला नु भी कहन लगे ते उम्मुल मोमिनीन दी वालदा भी कहन लगियां कि तुसी मुहम्मद सल्लल्लाहु अलैहि वसल्लम दा शुक्रिया अदा करो। तो उम्मुल मोमिनीन ने आख्या मैं उस रब दा क्यों ना शुक्र अदा करा जिन्हें अर्श तो मेरी गवाही कर ली है। इन्हां दा शुक्रिया अदा करन दी बजाय मैं अल्लाह दा क्यों ना शुक्र अदा करा और जिन्हां दी अर्श तो गवाहियां आईयां ने तुसी उन्हां दे खिलाफ ਭੌਂਕੇ ਹੋ। ਤੁਸੀਂ ਉਹਨਾਂ ਦੇ ਖਿਲਾਫ ਭੌਂਕੇ ਹੋ ਤੇ ਤਾਂ ਅਸਾਂ ਤੁਹਾਨੂੰ ਲਗਾਮ ਪਾਈਏ। ਵਰਨਾ ਸਾਡੇ ਨਾਲ ਜਿਹੜਾ ਬੰਦਾ ਜਿਸ ਤਰ੍ਹਾਂ ਦੀ ਗੱਲ ਕਰਦਾ ਸੀ ਉਸੇ ਤਰ੍ਹਾਂ ਜਵਾਬ ਦਿੰਨੇ ਆ। ਪਿਆਰ ਨਾਲ ਕਰਕੇ ਦਾ ਬੰਦਾ, ਮੈਂ ਦੱਸਿਆ 2-3 ਵਾਰੀ ਗੱਲ ਪਿਆਰ ਨਾਲ ਕਰਕੇ ਗਿਆ, ਉਹਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ। ਅੱਜ ਕਿਉਂ ਚੀਕਾਂ ਮਾਰਦਾ ਪਿਆ? ਉਹ ਜਾਂ ਆਪਣਾ ਬੰਦਾ ਬਦਤਮੀਜ਼ੀ ਕਰਦਾ ਪਿਆ। ਜਦੋਂ ਉਹਦਾ ਆਪਣਾ ਬੰਦਾ ਬਦਤਮੀਜ਼ੀ ਕਰੇਗਾ ਤੇ ਫਿਰ ਉਹਨੂੰ ਸੱਚ ਬੋਲਣਾ ਚਾਹੀਦਾ ਹੈ, ਉਹਨੂੰ ਆਖਣਾ ਚਾਹੀਦਾ। ਔਰ ਕੁਝ ਉਹਨੇ ਬੋਲਿਆ ਵੀ, ਅੱਧਾ ਪਚੱਧਾ ਸੱਚ ਉਹਨੇ ਬੋਲਿਆ ਵੀ ਹੈ ਕਿ ਪਹਿਲ ਤੁਸੀਂ ਆਪ ਕਰਦੇ ਹੋ, ਫਿਰ ਚਿੱਤਰ ਪਵਾਉਂਦੇ ਹੋ ਕਾਬਰੀਨ ਦੇ ਸਿਰ 'ਚ ਵੀ ਤੇ ਆਪਣੇ ਸਿਰ 'ਚ ਵੀ, ਤੇ ਫਿਰ ਚੀਕਾਂ ਮਾਰਦੇ ਰਹਿੰਦੇ ਹੋ ਫਲਾਣਿਆਂ ਤੂੰ ਆ, ਫਲਾਣਿਆਂ ਤੂੰ ਰਲ। ਅੱਧਾ ਪਚੱਧਾ ਉਹਨੇ ਸੱਚ ਬੋਲਿਆ ਵੀ ਹੈ, ਸੱਚ ਹੈ ਹੀ ਹੈ। ਇਹ ਸੱਚ ਦਾ ਕੌੜਾ ਹੁੰਦਾ ਬੋਲਣਾ। ਮੈਂ ਪਿਆ ਦੱਸਾਂ ਕਿ ਜਿਹੜੀ ਉੱਥੇ ਸਵੇਰੇ ਲੱਗੀ ਸੀ ਹੁਣ ਬਹਿਸ ਗੁਫ਼ਤਗੂ, ਕੋਈ ਹੈ ਉਹਦਾ ਰਿਜ਼ਲਟ? ਪਾਣੀ 'ਚ ਮਧਾਣੀ ਪਾਈਏ, ਕਰਨੀ ਹੈ ਗੱਲ ਕਰੋ, ਨਹੀਂ ਕਰਨੀ ਨਾ ਕਰੋ। ਇਹੋ ਹੀ ਗੱਲ ਜਿਹੜੀ ਸੀ ਉਹ 10 ਦਿਨ ਪਹਿਲਾਂ ਨਹੀਂ ਸੀ ਕੀਤੀ ਜਾ ਸਕਦੀ। ਬਾਹਰ ਆਜਾ ਰਿਆਨ ਸਾਹਿਬ ਕਰੋ ਤੁਸੀਂ ਗੱਲ ਜੀ। ਮੁੱਤ ਤੁਸੀਂ ਆਇਓ जी। अमन नज़ीर साहब क्या हाल चाल है? ठीक हो? मैं बड़ी जड़ा है ना खुशी होंदी है कि मसीह मौद अलैहिस्सलाम ने फरमाया कि यह जड़े ने ना इतराज़ करने वाले सारे मेरे नौकर चाकर ने। तो मैनू बड़ी खुशी होंदी है तुहाडी वजह तो वो जड़े अल्लाह ने वादा किया सी ना कि तेरी तबलीग को दुनिया के किनारे तक पहुँचाऊँगा, तो वो तबलीग जड़ी है किसी ना किसी रंग में, चाहे इतराज़ के रंग में, दुनिया के किनारे तक जा रही है। जी खत्म हो गई गल ਤੁਹਾਡੀ? जी खत्म हो गई। ਸਾਰੇ ਅਸੀਂ ਤਾਂ ਨੌਕਰੀ ਕਰਨ ਨੂੰ ਤਿਆਰ ਹਾਂ। ਤੁਹਾਡੇ ਬੰਦੇ ਨੌਕਰੀ ਲੈਂਦੇ ਨਹੀਂ ਨਾ, ਅਸੀਂ ਤਾਂ ਬਗੈਰ ਤਨਖਾਹ ਤੋਂ ਨੌਕਰੀ ਕਰ ਰਹੇ ਹਾਂ। ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਤਬਲੀਗ ਤੁਹਾਡੀ ਇਹ ਜ਼ਮੀਨ ਦੇ ਕਿਨਾਰਿਆਂ ਤੱਕ ਪਹੁੰਚਾਈਏ। ਅਸੀਂ ਖੁਦ ਪਹੁੰਚਾਉਂਦੇ ਪਏ ਹਾਂ, ਲੇਕਿਨ ਤੁਹਾਡੇ ਬੰਦੇ ਕੋਈ ਰੋਕਦੇ ਨੇ। ਉਹ ਪਤਾ ਕੀ ਪਏ ਕਹਿੰਦੇ ਸਨ? ਸਵੇਰੇ ਮੈਂ ਗਿਆ ਤੇ ਤੁਹਾਡੀ ਬਰਾੜ ਦੇ ਉੱਤੇ ਇਹ ਡਿਸਕਸ ਹੋ ਰਹੀ ਸੀ ਕਿ ਇੱਥੇ ਸਾਨੂੰ ਬਰਾਡਾਂ ਦੇ ਉੱਤੇ ਤਲਕ ਬਿੱਲਾ ਪੇਸ਼ ਕਰਨਾ ਚਾਹੀਦਾ ਹੈ, ਪੇਸ਼ ਕਰਨਾ ਚਾਹੀਦਾ ਹੈ। ਮੈਂ ਕਿਹਾ ਇਹ ਕਿਹੜਾ ਮੁਰਦਾ ਦੀਨ ਪੇਸ਼ ਕਰਨ ਲੱਗੇ ਹੋ? ਮਿਰਜ਼ਾ ਸਾਹਿਬ ਆਂਦੇ ਸੀ ਮੈਨੂੰ ਬਾਹਰ ਕੱਢ ਕੇ ਤੇ ਤੁਸੀਂ ਕਿਹੜਾ ਮੁਰਦਾ ਦੀਨ ਪੇਸ਼ ਕਰਨਾ ਚਾਹੁੰਦੇ ਹੋ? ਉਹ ਮੈਨੂੰ ਪੇਸ਼ ਕਰੋ, ਮੇਰੀ ਜ਼ਾਤ ਨੂੰ ਪੇਸ਼ ਕਰੋ, ਮੇਰੇ ਦਾਅਵੇ ਨੂੰ ਪੇਸ਼ ਕਰੋ, ਮੇਰੀ ਸ਼ਖਸੀਅਤ ਨੂੰ ਪੇਸ਼ ਕਰੋ। ਤੁਸੀਂ ਕਿਹੜਾ ਮੁਰਦਾ ਦੀਨ ਪੇਸ਼ ਕਰਨਾ ਚਾਹੁੰਦੇ? ਅਸਲ ਗੱਲ ਇਹ ਹੈ ਅਸੀਂ ਤੇ ਮਿਰਜ਼ਾ ਸਾਹਿਬ ਦੀ ਜ਼ਾਤ ਨੂੰ ਲੋਕਾਂ ਸਾਹਮਣੇ ਰੱਖਨੇ ਆ ਤੇ ਮਿਰਜ਼ਾ ਸਾਹਿਬ ਦੇ ਦਾਅਵਿਆਂ ਨੂੰ, ਉਹਨਾਂ ਦੀਆਂ ਤਹਿਰੀਰਾਂ ਨੂੰ ਅਸੀਂ ਅਗਰ ਪੇਸ਼ ਕਰਨੇ ਆ ਤੇ ਬਿਲਾ ਮੁਆਵਜ਼ਾ ਸਰ ਅਸੀਂ ਇਹ ਨੌਕਰੀ ਕਰਨਾ ਚਾਹੁੰਦੇ ਆ। ਇਹ ਨੌਕਰ ਚਾਕਰ ਜਿਹੜਾ ਤੁਸੀਂ ਆਖਿਆ ਨਾ ਲਫ਼ਜ਼, ਬਹੁਤ ਅੱਛਾ ਮੈਨੂੰ ਲੱਗਾ ਹੈ। ਤੁਸੀਂ ਆਪਣੇ ਸਾਥੀਆਂ ਨੂੰ ਸਮਝਾਓ ਵੀ ਜੇ ਨੌਕਰ ਚਾਕਰ ਮਿਲੇ ਨੇ ਬਗੈਰ ਮੁਆਵਜ਼ੇ ਤੋਂ ਤੇ ਫਲਾਣਿਆਂ ਢਿੰਗਿਓ ਤੁਸੀਂ ਜ਼ਬਾਨਾਂ ਗੁੰਗ ਕਰ ਲਓ। ਜੇ ਤੁਸੀਂ ਆਂਦੇ ਅਸੀਂ ਕੁਰਾਨ ਦੀ ਇਸ ਨਾਲ ਗੱਲ ਕਰਨੀ ਹੈ, ਜ਼ਬਾਨਾਂ ਵੱਢ ਕੇ ਤਲੀ ਤੇ ਧਰ ਲਓ। ਤੁਹਾਨੂੰ ਤਾਂ ਚਾਹੀਦਾ ਗੱਲ ਹੀ ਮਿਰਜ਼ਾ ਸਾਹਿਬ ਤੋਂ ਸ਼ੁਰੂ ਕਰੋ ਤੇ ਮਿਰਜ਼ਾ ਸਾਹਿਬ ਤੇ ਖਤਮ ਕਰੋ। ਤੁਹਾਨੂੰ ਬਿਲਾ ਮੁਆਵਜ਼ਾ ਮੁਲਾਜ਼ਮ ਮਿਲਣ ਲਿਆਓ ਉਹਨਾਂ ਨੂੰ, ਕੋਈ ਬੰਦਾ ਜਿਹੜਾ ਮਿਰਜ਼ਾ ਸਾਹਿਬ ਦੀ ਸ਼ਖਸੀਅਤ अहमद साहब तुसी थोड़े हो, ਤੁਸੀਂ ਥੋੜੇ ਹੋ ਮਿਰਜ਼ਾ ਸਾਹਿਬ ਤੇ ਗੱਲ ਸ਼ੁਰੂ ਕਰਦੇ ਹੋ ਤਾਂ ਉਹਨਾਂ ਤੇ ਹੀ ਖਤਮ ਕਰਦੇ ਹੋ। ਤੁਸੀਂ ਥੋੜੇ ਹੋ, ਤੁਹਾਡੀ ਵਜ੍ਹਾ ਤੋਂ ਸਾਨੂੰ ਲੋਕਾਂ ਨੂੰ ਵੀ ਪਤਾ ਚੱਲਦਾ ਵੇ ਕਿ ਅਸਲ ਗੱਲ ਕੀ ਹੈ, ਤੁਹਾਡੀ ਵਜ੍ਹਾ ਤੋਂ। ਐ ਉਸ ਗੱਲ ਦਾ ਕਿਸੇ ਨੂੰ ਬੰਦੇ ਨੂੰ ਪਤਾ ਨਹੀਂ ਹੈ। ਮਜਾਇਦਾ ਖਤਮ ਹੈ, ਨਬੂਵਤ ਵਾਲਿਆਂ ਨੂੰ ਵੀ ਨਹੀਂ ਪਤਾ। ਇਹਨਾਂ ਕੋਲ ਕਸਮ ਚਕਾ ਲਓ, ਇਹਨਾਂ ਦੇ ਸਿਰ ਤੇ ਕੁਰਾਨ ਧਰਾ ਲਓ, ਇਹਨਾਂ ਨੂੰ ਵੀ ਨਹੀਂ ਪਤਾ। ਤੁਹਾਡਿਆਂ ਬੰਦਿਆਂ ਨੂੰ ਕੀ ਪਤਾ ਹੋਣਾ ਕਿ ਕੁੱਤੀ ਚੋਰਾਂ ਨਾਲ ਰਲੀ ਸੀ ਜਲਸਾ ਮਜ਼ਾਹਬ ਆਲਮ ਦੇ ਵਿੱਚ? ਇਹਦਾ ਪਤਾ ਸਾਡਿਆਂ ਨੂੰ ਵੀ ਨਹੀਂ ਹੈ ਤੇ ਅੱਜ ਤੁਹਾਡਿਆਂ ਨੂੰ ਵੀ ਲੱਗ ਗਿਆ ਪਤਾ। ਕਮਾਲਤ ਇਸਲਾਮ ਨੂੰ ਵੀ ਪਤਾ। ਮੈਨੂੰ ਪੁੱਛਣ ਲੱਗਾ ਕਿੱਥੇ ਲਿਖਿਆ ਸ਼ੇਖ ਬਟਾਲਵੀ ਦਾ ਮਜ਼ਮੂਨ? ਮੈਂ ਕਿਹਾ ਜਿਲਦ ਨੰਬਰ 17 ਰਸਾਲਾ ਸ਼ਾਹ ਤੋਂ ਸੁਨਨਾ 'ਚ ਲਿਖਿਆ ਹੀ। ਆ ਕਹਿੰਦਾ ਮੈਂ ਸ਼ਾਮੀ ਪੜ੍ਹ ਕੇ ਸੁਣਾ ਦਿਆਂਗਾ ਕੰਪਿਊਟਰ ਤੇ ਆਨ ਕਰਕੇ। ਇਹਨਾਂ ਨੂੰ ਵੀ ਨਹੀਂ ਪਤਾ। ਅੱਛੀ ਗੱਲ ਏ, ਇਹ ਪਤਾ ਲੱਗਣਾ ਚਾਹੀਦਾ ਹੈ ਕਿ ਕੁੱਤੀ ਚੋਰਾਂ ਨਾਲ ਰਲ ਕੇ ਤੇ ਇਹ ਇੱਕ ਵਾਰਦਾਤ ਕੀਤੀ।
ਬਾਕੀ ਤਾਂ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ। ਬਾਕੀ ਸਭ ਇੰਝ ਹੀ ਪੇਸ਼ਗੋਈਆਂ ਕੀਤੀਆਂ ਸੀ ਕਿ ਬਈ ਮੁਹੰਮਦੀ ਬੇਗਮ ਨਾਲ ਵਿਆਹ ਹੋਇਆ ਤੇ ਮੁਹੰਮਦੀ ਬੇਗਮ ਦੇ ਮਾਮੇ ਮਾਮਦੀਨ ਨੂੰ ਪੈਸੇ ਦੇਣ ਦਾ, ਰਿਸ਼ਵਤ ਦੇ ਕੇ ਵੀ ਰਿਸ਼ਤਾ ਲੈਣ ਦੀ ਕੋਸ਼ਿਸ਼ ਕੀਤੀ, ਨਹੀਂ ਹੋਇਆ। ਅੱਲਾਹ ਤਾਲਾ ਜਦੋਂ ਇਫਤਰਾ ਨੂੰ ਝੂਠਾ ਸਾਬਤ ਕਰ ਦੇਵੇ ਬੰਦਾ ਕੀ ਕਰ ਸਕਦਾ ਹੈ। ਇਸੇ ਤਰ੍ਹਾਂ ਉਹਦੇ ਬਾਪ ਨੂੰ ਧਮਕੀਆਂ ਦੇਣ ਦੀ, ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ, ਅਜ਼ਾਬ ਨਾਜ਼ਲ ਹੋ ਜਾਏਗਾ, ਮੌਤ ਵਾਕਿਆ ਹੋ ਜਾਏਗੀ, ਮੌਤਾ ਮੌਤੀ ਹੋ ਜਾਏਗੀ। ਉਹਨੇ ਕਿਹਾ 2 ਬਿਗਾ ਜ਼ਮੀਨ की खातर तुम करते हो मेरी बेटी को इशारा, चल दौड़ो ने कहा कर जा जो कोई करना ही आवन दे, ਜਿਹੜੀ ਮੇਰੇ ਤੇ ਮੌਤ ਆਉਂਦੀ, ਜਿਹੜਾ ਅਜ਼ਾਬ ਆਉਂਦਾ ਤੇ ਨਹੀਂ ਉਹਨੇ ਦਿੱਤਾ ਰਿਸ਼ਤਾ। ਸਾਰੀਆਂ ਧਮਕੀਆਂ ਦੇ ਲੀਆਂ, ਪੇਸ਼ਗੋਈ ਪੂਰੀ ਨਹੀਂ ਹੋਈ। ਤੇ ਮਿਰਜ਼ਾ ਸਾਹਿਬ ਕਹਿੰਦੇ ਸੀ ऐसे मुर्शिद को हम और उसके मुरीद को हम कुत्तों से भी बेहतर ख्याल करते हैं, जो पहले पेशगोई अपने मुंह से करता है फिर उसको पूरा करने के लिए कोशिश करता है। ਅਦਨਾਨ ਸਾਹਿਬ ਅਮਰ ਭਾਈ ਤੇ ਝੂਠ ਬੋਲ ਰਹੇ ਨੇ ਤੇ ਤੁਸੀਂ ਉੱਤੇ ਆਓ ਨਾ, ਹਿੰਮਤ ਕਰੋ ਤੇ ਸੱਚ ਆ ਕੇ ਸਾਨੂੰ ਸੁਣਾਓ। ਅਮਰ ਭਾਈ ਵੱਲਾਹੀ ਮੈਨੂੰ ਸਮਝ ਨਹੀਂ ਆ ਰਹੀ, ਖਵਾਜਾ ਰਿਹਾਨ ਅਲੀ ਸਾਹਿਬ ਮੁਸਲਮਾਨ ਨੇ ਜਾਂ ਅਹਿਮਦੀ ਨੇ? ਮੈਨੂੰ ਤਾਂ ਲੱਗ ਰਿਹਾ ਮਜ਼ਾਕ ਕਰ ਰਹੇ ਨੇ, ਜਿਸ ਤਰ੍ਹਾਂ ਆ ਕੇ ਦਾਵਾ ਕਰ ਰਹੇ ਨੇ, ਮੈਨੂੰ ਲੱਗਦਾ ਮਜ਼ਾਕ ਪੇ ਕਰਦੇ ਨੇ। ਮੈਨੂੰ ਇਹ ਵੀ ਸਮਝ ਨਹੀਂ ਆਈ ਕਿ ਇਹ ਤੰਜ਼ ਕਰ ਰਹੇ ਨੇ ਜਾਂ ਇਹ ਵਾਕਈ ਕਾਦੀਆਨੀ ਨੇ ਕਿ ਸਾਨੂੰ ਅਸਲ ਤਾਲੀਮਾਤ ਮਿਲ ਰਹੀਆਂ, ਮੈਨੂੰ ਸਮਝ ਨਹੀਂ ਆ ਰਹੀ। ਕਾਦੀਆਨੀ ਨੇ, ਲੇਕਿਨ ਜ਼ਾਹਿਰ ਹੈ ਉਹਨਾਂ ਨੂੰ ਬੇਬਹਿਰਾ ਰੱਖਿਆ ਗਿਆ ਨਾ ਤਾਲੀਮਾਤ ਤੋਂ, ਕਿਤਾਬਾਂ ਤੋਂ। ਉਹਨਾਂ ਤੋਂ ਸਵਾਲ ਕਰਨ ਦੀ ਇਜਾਜ਼ਤ ਹੀ ਨਹੀਂ ਹੁੰਦੀ ਉੱਥੇ, ਨਾ ਇਹਨਾਂ ਖੁਦ ਪੜ੍ਹੀਆਂ ਕਿਤਾਬਾਂ, ਨਾ ਇਹਨਾਂ ਨੂੰ ਸਵਾਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ। ਤੇ ਜੇ ਅਸੀਂ ਇਹਨਾਂ ਨੂੰ ਉੱਥੇ ਤੇ ਚਲੋ ਸਵਾਲ ਕਰਨੇ ਦੀ ਇਜਾਜ਼ਤ ਨਹੀਂ ਹੈ, ਤੇ ਆਪਣੇ ਜਿਹੜੇ ਖਤਮੇ ਨਬੂਵਤ ਦੇ ਮੁਜਾਹਿਦ ਬਣੇ ਨੇ ਮੌਲਵੀ ਹਜ਼ਰਾਤ ਜਿਹੜੇ ਆਪਣੇ ਇਲਾਕਿਆਂ ਦੇ ਵਿੱਚ ਨੇ, ਕਿਹਾ ਇੱਥੇ ਵੀ ਸਾਨੂੰ ਇਜਾਜ਼ਤ ਨਹੀਂ ਹੈ। ਅਗਰ ਇੱਥੇ ਜਦੋਂ ਮੈਂ ਅਹਿਮਦੀ ਨਹੀਂ ਹੈਗਾ ਸੀ ਤੇ ਮੈਂ ਸਵਾਲ ਚੁੱਕ ਕੇ ਲੈ ਗਿਆ ਸੀ, ਮੈਂ ਕਿਹਾ ਸੀ ਕਿ ਮੇਰੇ ਸਵਾਲ ਦਾ ਜਵਾਬ ਦਿਓ, ਤੇ ਉਹਨਾਂ ਨੇ ਉਲਟਾ ਮੈਨੂੰ ਸਵਾਲ ਦੇ ਜਵਾਬ ਦੇਣੇ ਦੇ ਬਜਾਏ ਮੈਨੂੰ ਮੇਰਾ ਕਰੈਕਟਰ ਜਿਹੜਾ ਹੈ ਉਹ ख़राब ਕੀਤਾ ਔਰ ਮੇਰੇ ਉੱਤੇ ਫਤਵੇ ਲਾਤੇ। ਹਾਲਾਂਕਿ ਉਸ ਟਾਈਮ ਮੈਂ ਅਹਿਮਦੀ ਨਹੀਂ ਹੈਗਾ ਸੀ, ਠੀਕ ਹੈ। ਉਸ ਟਾਈਮ ਮੈਂ ਤਹਿਕੀਕ ਦੇ ਵਿੱਚ ਸੀ। ਜ਼ਾਹਿਰੀ ਗੱਲ ਹੈ ਜਦੋਂ ਬੰਦਾ ਇੱਕ ਤਹਿਕੀਕ ਵਿੱਚ ਜਾਂਦਾ ਅਮਰ ਸਾਹਿਬ, ਉਸ ਬੰਦੇ ਦੇ ਦਿਲ ਵਿੱਚ ਵਸਵਸੇ ਆਉਂਦੇ ਨੇ, ਸ਼ੱਕ ਪੈਦਾ ਹੁੰਦੇ ਨੇ। ਤੇ ਚਲੋ ਠੀਕ ਹੈ, ਤੁਹਾਡੇ ਲਿਹਾਜ਼ ਨਾਲ ਮੈਂ ਗੁੰਮਰਾਹ ਹੋਇਆ, ਲੇਕਿਨ ਮੇਰੀ ਗੁੰਮਰਾਹੀ ਨੂੰ ਕਿੰਨੇ ਬਚਾਉਣਾ ਸੀ? ਉਹ ਮੌਲਵੀ ਹਜ਼ਰਾਤ ਨੇ ਬਚਾਉਣਾ ਸੀ। ਲੇਕਿਨ ਉਹਨਾਂ ਨੇ ਮੇਰੇ ਉੱਤੇ ਫਤਵੇ ਲਾ ਕੇ ਮੈਨੂੰ ਇਤਨਾ ਦੂਰ ਕਰ ਦਿੱਤਾ ਕਿ ਮੈਂ ਉਹਨਾਂ ਤੋਂ ਇਤਨਾ ਦੂਰ ਹੋ ਕੇ ਮੈਂ ਅਹਿਮਦੀਅਤ ਕਬੂਲ ਕਰ ਲਈ ਕਿ ਇੱਥੇ ਤੇ ਚਲੋ ਜਵਾਬ ਮੈਨੂੰ ਮਿਲਦੇ ਨੇ ਨਾ ਜੀ। ਖਾਜਾ ਸਾਹਿਬ, ਸਾਨੂੰ ਨਹੀਂ ਪਤਾ ਕਿ ਕਿਹੜੇ ਜਾਹਿਲ ਨੇ ਤੁਹਾਨੂੰ ਸਵਾਲ ਪੁੱਛਣ ਤੋਂ ਮਨਾ ਕੀਤਾ ਜਾਂ ਸਵਾਲ ਦੇ ਜਵਾਬ 'ਚ ਤੁਹਾਡੀ ਕਰੈਕਟਰ ਅਸੈਸੀਨੇਸ਼ਨ ਕੀਤੀ। ਉਸ ਜਾਹਿਲ ਦੇ ਉੱਤੇ ਭਾਈ ਇਹ ਖਵਾਜਾ ਸਾਹਿਬ ਦੀ ਗੱਲ ਨਾਲ ਮੈਂ ਵੀ ਐਗਰੀ ਕਰਦਾ, ਮੇਰੀ ਵੀ ਕਰੈਕਟਰ ਅਸੈਸੀਨੇਸ਼ਨ ਹੁੰਦੀ ਹੈ। ਬੰਦ ਹੀ ਰੱਖ ਤੋਪ ਦਾ ਮੂੰਹ, ਤੂੰ ਬੰਦ ਹੀ ਰੱਖ ਤੋਪ ਦਾ ਮੂੰਹ। ਅਗਰ ਇਸ ਗੱਲ ਨੂੰ ਦਰੁਸਤ ਮੰਨ ਲਿਆ ਜਾਏ ਕਿ ਤੁਸੀਂ ਅਹਿਮਦੀ ਨਹੀਂ ਸੀ ਤੇ ਤੁਸੀਂ ਬਾਅਦ ਚ ਅਹਿਮਦੀ ਹੋਏ ਹੋ, ਇਹਨੂੰ ਦਰੁਸਤ ਮੰਨ ਵੀ ਲਈਏ ਨਾ, ਤੇ ਤਾਂ ਵੀ ਮੈਂ ਕਹਿੰਦਾ ਕਿ ਉਹ ਬੰਦਾ ਬੜਾ ਹੀ ਜਾਹਿਲ ਹੈ ਔਰ ਦੀਨ ਦਾ ਦੁਸ਼ਮਣ ਹੈ, ਜਿਹਨੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਮੈਨੂੰ ਨਹੀਂ ਪਤਾ ਕਿ ਹੁਣ ਤੁਸੀਂ ਝੂਠ ਬੋਲ ਰਹੇ ਹੋ ਜਾਂ ਵਾਕਿਆਤਾਂ ਨੇ ਇਸ ਤਰ੍ਹਾਂ ਦਾ ਕੋਈ ਵਕੂਆ ਹੋਇਆ। ਤੁਸੀਂ ਉਹ ਸਵਾਲ ਇੱਥੇ ਹੁਣ ਸਰ ਮੇਰਾ ਆਮਰ ਸਾਹਿਬ, ਮੇਰਾ ਅੱਲਾ ਗਵਾਹ ਹੈ, ਮੈਂ ਸੱਚ ਬੋਲ ਰਿਹਾ। ਅੱਲਾ ਤੋਂ ਗਵਾਹੀ ਕੋਈ ਨਹੀਂ ਹੈ। ਕਿਆਮਤ ਵਾਲੇ ਦਿਨ ਮੈਂ ਅੱਲਾ ਤੇ ਕਿਆਮਤ ਵਾਲੇ ਦਿਨ ਗਵਾਹੀ ਦੇਗਾ ਨਾ ਦੁਨੀਆ ਹਾਂ ਜੀ ਜੀ ਜੀ। ਉਸ ਤੋਂ ਵੱਡੀ ਹੋਰ ਗਵਾਹੀ ਕਿਹੜੀ ਹੋਣੀ ਹੈ ਅਮਰ ਸਾਹਿਬ? ਉਸ ਤੋਂ ਵੱਡੀ ਹੋਰ ਕਿਹੜੀ ਗਵਾਹੀ ਹੋਣੀ ਹੈ? ਮੇਰੇ ਇਲਾਕੇ ਦੇ ਵਿੱਚ ਇੱਕ ਮੌਲਵੀ ਹੈ ਹਾਫਿਜ਼ ਜ਼ਫਰੁੱਲਾ, ਉਸ ਦੇ ਕੋਲ ਮੈਂ ਗਿਆ, ਠੀਕ ਹੈ। ਉਸ ਦੇ ਕੋਲ ਜਾ ਕਰ ਮੈਂ ਸਵਾਲ ਕੀਤੇ, ਉਦੋਂ ਮੈਂ ਅਹਿਮਦੀ ਨਹੀਂ ਸੀ, ਠੀਕ ਹੈ। ਲੇਕਿਨ ਉਸ ਬੰਦੇ ਨੇ ਮੇਰੇ ਵਾਲਦ ਸਾਹਿਬ ਨੂੰ ਬੁਲਾ ਕੇ ਮੈਨੂੰ ਇਤਨਾ ਜ਼ਲੀਲ ਕੀਤਾ, ਤੁਹਾਨੂੰ ਮੈਂ ਕੀ ਦੱਸਾਂ, ਲੇਕਿਨ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਉਸ ਬੰਦੇ ਨੇ। ਤੇ ਮੈਂ ਫਿਰ ਕਿਹਾ ਇਹ ਅਹਿਮਦੀ ਲੋਕ ਹੀ ਨੇ ਜਿਹੜੇ ਮੇਰੇ ਸਵਾਲ ਦਾ ਜਵਾਬ ਦਿੰਦੇ ਨੇ, ਤੇ ਮੈਂ ਉਹ ਲੈ ਲੈ। ਖਾਜਾ ਸਾਹਿਬ, ਮੈਂ ਅਰਜ਼ ਕਰ ਰਿਹਾ ਹਾਂ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਤੁਸੀਂ ਫਰਮਾ ਰਹੇ ਹੋ ਕਿ ਇਹਦਾ ਗਵਾਹ ਸਿਰਫ ਅੱਲਾ ਹੀ ਹੈ। ਅੱਲਾ ਤੇ ਗਵਾਹੀ ਦੇਗਾ ਕਿਆਮਤ ਵਾਲੇ ਦਿਨ। ਦੁਨੀਆ ਉੱਤੇ ਤੇ ਉਹ ਗਵਾਹੀ ਨਹੀਂ ਦੇ ਸਕਦਾ ਕਿਸੇ ਅਦਾਲਤ ਵਿੱਚ ਆ ਕੇ ਇੱਥੇ ਉਮਰ ਦੀ ਟਿਕਟ ਉੱਤੇ। ਦੁਨੀਆ ਉੱਤੇ ਬੰਦਾ ਪੇਸ਼ ਕਰਨ ਵਾਲਾ ਤੁਹਾਡੇ ਕੋਲ ਕੋਈ ਨਹੀਂ। ਸ਼ੇਖ ਬਟਾਲਵੀ ਨੂੰ ਮਿਰਜ਼ਾ ਸਾਹਿਬ ਨੇ ਆਖਿਆ, ਭਾਈ ਦੱਸ ਕਿੱਥੇ ਮੇਰਾ ਇਲਾਮ, ਮੇਰੇ ਤੇ ਮੱਥੇ ਲਾਣ ਲੱਗੇ ਆ ਤੂੰ। ਮਿਰਜ਼ਾ ਸਾਹਿਬ ਨੇ ਕਲਾਮ ਪੇਸ਼ ਕੀਤਾ ਸੀ, ਸਲਤਨਤ ਬਰਤਾਨੀਆ ਤਾਹਫਤ ਸਾਲ ਬਾਅਦ ਅਜ਼ਾਂ ਬਾਸ਼ਦ ਖਿਲਾਫ ਇਖਤਲਾਲ। ਉਹਦਾ ਤਰਜਮਾ ਹੈ ਵੇ ਕਿ ਬਰਤਾਨੀਆ ਦੀ ਹਕੂਮਤ 7-8 ਸਾਲ ਬਾਅਦ ਇਖਤਲਾਫ ਇਖਤਲਾਲ ਦਾ ਸ਼ਿਕਾਰ ਹੋ ਜਾਏਗੀ ਤੇ ਖਤਮ ਹੋ ਜਾਏਗੀ। ਤੇ ਸ਼ੇਖ ਬਟਾਲਵੀ ਨੇ ਰਸਾਲਾ ਸ਼ਾਹ ਤੋਂ ਸੁਨਨਾ ਛਾਪ ਦਿੱਤਾ। ਜਿਸ ਵੇਲੇ ਛਾਪਿਆ ਤੇ ਮਿਰਜ਼ਾ ਸਾਹਿਬ ਨੇ ਆਪਣਾ ਰਸਾਲਾ ਲਿਖਿਆ ਕਸ਼ਫੁਲ ਗਤਾਰ, ਨੋਟ ਕਰ ਲਓ, ਦੇਖੋ ਤੁਹਾਨੂੰ ਕਿਸੇ ਨੇ ਜਵਾਬ ਦੇਣੇ ਹਨ। ਕਸ਼ਫੁਲ ਗਤਾਰ ਰਸਾਲਾ ਲਿਖਿਆ ਤੇ ਉਹਦੇ 'ਚ ਸ਼ੇਖ ਬਟਾਲਵੀ ਨੂੰ ਆਖਿਆ, ਝੂਠੇ ਨੂੰ ਅੱਲਾ ਹਲਾਕ ਕਰੇ, ਤਬਾਹ ਕਰੇ, ਦੱਸ ਮੇਰਾ ਕਿੱਥੇ ਲਾਮ, ਦੱਸ ਕਿੱਥੇ ਮੇਰਾ ਲਾਮ। ਐਵੇਂ ਝੂਠ ਬੋਲਣ ਲੱਗੇ ਇਹ ਗੌਰਮੈਂਟ ਬਰਤਾਨੀਆ ਦੇ ਤੋਂ ਮੁਤਾਤ ਹੋ ਜੋ ਬੰਦਾ ਝੂਠ ਬੋਲਦਾ ਹੈ। ਇਸ ਤਰ੍ਹਾਂ ਦਾ ਕੋਈ ਲਾਮ ਮੇਰੀ ਕਿਸੇ ਕਿਤਾਬ 'ਚ ਨਹੀਂ ਲਿਖਿਆ, ਨਾ ਇਹਨਾਂ ਨੂੰ ਅਸਾਂ ਜ਼ਬਾਨੀ ਕੋ ਸੁਣਾਇਆ ਕਿ ਇਹਨਾਂ ਦਾ ਕੋਈ ਆਮਨ ਜਾਨ ਸਾਡੇ ਘਰ ਹੋਵੇ ਤੇ ਅਸੀਂ ਇਹਨਾਂ ਜ਼ਬਾਨੀ ਸੁਣਾਇਆ। ਹੁਣ ਸ਼ੇਖ ਬਟਾਲਵੀ ਨੂੰ ਦੁਨੀਆ ਦੇ ਉੱਤੇ ਜਿਸ ਬੰਦੇ ਇਲਾਮ ਸੁਣਾਇਆ ਸੀ ਉਹਦਾ ਨਾਂ ਸੀ ਹਾਫਿਜ਼ ਅਹਿਮਦ ਸਿਆਲਕੋਟੀ। ਉਹ ਤੇ ਬੈਠਾ ਸੀ ਮਿਰਜ਼ਾ ਸਾਹਿਬ ਦੀ ਚੰਗੇਰ ਤੇ, ਉਹ ਤੇ ਗਵਾਹੀ ਦਿੰਦਾ ਨਹੀਂ ਸੀ ਮਿਰਜ਼ਾ ਸਾਹਿਬ ਦੇ ਖਿਲਾਫ।
ਹੁਣ ਸ਼ੇਖ ਬਟਾਲਵੀ ਝੂਠੇ ਤੇ ਮਿਰਜ਼ਾ ਸਾਹਿਬ ਸੱਚੇ ਬਣੇ। ਹਾਂਜੀ, ਮਿਰਜ਼ਾ ਸਾਹਿਬ 1908 ਚ ਫੌਤ ਹੋ ਗਏ ਸ਼ੇਖ ਬਟਾਲਵੀ ਨੂੰ ਝੂਠਿਆਂ ਕਰਕੇ। ਤੇ ਸ਼ੇਖ ਬਟਾਲਵੀ ਵੀ ਤਹੱਜੁਦ ਦੇ ਮਸੱਲੇ ਤੇ 29 ਜਨਵਰੀ 1920 ਦੀ ਸਵੇਰ ਨੂੰ ਫਜਰ ਦੀ ਨਮਾਜ਼ ਤੋਂ ਪਹਿਲੇ ਤਹੱਜੁਦ ਦੇ ਮਸੱਲੇ ਤੇ ਉਹਨਾਂ ਨੂੰ ਫਾਲਜ ਦਾ ਅਟੈਕ, ਉੱਥੇ ਹੀ ਮਸੱਲੇ ਤੇ ਬਹਿ ਗਏ, ਅਜ਼ਕਾਰ ਕਰਨ ਲੱਗ ਪਏ, ਉੱਥੇ ਹੀ ਰੂਹ ਪਰਵਾਜ਼ ਕਰ ਗਈ। ਤਹੱਜੁਦ ਦੇ ਮਸੱਲੇ ਦੇ ਉੱਤੇ ਫੌਤ ਹੋਏ। ਸ਼ੇਖ ਬਟਾਲਵੀ ਨੂੰ ਅੱਲਾਹ ਤਾਲਾ ਨੇ 1920 ਚ ਜਿਸ ਵੇਲੇ ਮੌਤ ਦੇ ਦਿੱਤੀ, ਅੱਲਾਹ ਤਾਲਾ ਦੀ ਗਵਾਹੀ ਹੈ ਜ਼ਮੀਨ ਤੇ ਆਈ ਅਸਮਾਨ ਤੋਂ ਉਤਰ ਕੇ। 1923 ਵਿੱਚ ਪਹਿਲੀ ਵਾਰੀ ਲਿਖਿਆ ਗਿਆ ਸੀਰਤੁਲ ਮਹਿਦੀ ਦਾ ਪਹਿਲਾ ਐਡੀਸ਼ਨ, ਤੇ ਅਸਮਾਨ ਤੋਂ ਗਵਾਹੀ ਜ਼ਮੀਨ ਤੇ ਆ ਗਈ। ਤੇ ਉਹਨੇ ਆਖਿਆ ਜਾ ਓਏ ਜਾ, ਮੇਰੇ ਮੱਥੇ, ਮੇਰੇ ਬੰਦੇ ਦੇ ਮੱਥੇ ਤੇ ਲੱਗਿਆ ਕਲੰਕ ਧੋ ਕੇ ਆਓ। ਤੁਹਾਡੇ ਮਿਰਜ਼ਾ ਸਾਹਿਬ ਦੇ ਪੁੱਤਰ ਨੇ ਲਿਖਿਆ जी इल्हाम था सल्तनत बरतानिया था 7 साल बाद अज़ां बाशिद खिलाफ इख्तलाल, लेकिन बाज़ मसलहतों की बिना पर यह इल्हाम उस वक्त शाया नहीं किया गया था। मजबूरी सी कि अंग्रेज़ जेड़े सन उन्होंने साडा चम ला देना सी, ए मजबूरी। बहरहाल वो शेख बटालवी जेड़े जिन्होंने मिर्ज़ा साहब ने झूठा किया तो उन्होंने कोई दुनिया ते गवाह पेश करने वाला कोई नहीं सी, उन्होंने दी गवाही अज ते साडियां अखां दे सामने आ गई है। ते ख्वाजा रिहान साहब जे तुहाडे कोल बंदा कोई इस तरह दा पेश करने वाला नहीं है गवाह, ਤੇ ਫਿਰ ਇੰਤਜ਼ਾਰ ਕਰੋ ਕਿ ਅੱਲਾਹ ਤਾਲਾ ਤੁਹਾਡੀ ਗਵਾਹੀ ਸ਼ੇਖ ਬਟਾਲਵੀ ਦੀ ਗਵਾਹੀ ਯਾਰ ਅਸਮਾਨ ਤੋਂ ਥੱਲੇ ਘੱਲ ਦੇਵੇ ਤੇ ਅਸੀਂ ਮੰਨ ਲਾਂਗੇ, ਨਹੀਂ ਤੇ ਕਿਆਮਤ ਵਾਲੇ ਦਿਨ ਗਵਾਹੀ ਉਹਨੂੰ ਛੱਡ ਦੇਵੋ ਉਸ ਗੱਲ ਨੂੰ ਕਿ ਤੁਸੀਂ ਜਿਹੜੀ ਗੱਲ 'ਤੇ ਦਰਾ ਕੇ ਕਹਿੰਦੇ ਹੋ ਕਿ ਭਾਈ ਮੈਂ ਪਹਿਲੇ ਅਹਿਮਦੀ ਨਹੀਂ ਸਾਂ ਤੇ ਮੈਂ ਸਵਾਲ ਕਰਦਾ ਸਾਂ ਤੇ ਮੈਨੂੰ ਜਵਾਬ ਨਹੀਂ ਸੀ ਲੱਭਦੇ। ਮੈਂ ਕਹਿੰਦਾ ਜਿਹੜੇ ਸਵਾਲ ਤੁਸੀਂ ਕਰਦੇ ਸੋ ਹੁਣ ਕਰੋ, ਇੱਥੇ ਕਰੋ ਮੇਰੇ ਸਾਹਮਣੇ। ਜਿਸ ਬੰਦੇ ਤੁਹਾਨੂੰ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਉਹ ਜਾਹਿਲ ਹੈ, ਉਹ ਦੀਨ ਦਾ ਦੁਸ਼ਮਣ ਹੈ। ਕਰੋ ਸਵਾਲ, ਦਰਾਏ ਦਿਲਬਰ ਹੁਨਰ ਆਜ਼ਮਾਏ हम जिक्रो सवाल जड़ा ਤੁਹਾਡੇ ਜ਼ਿਹਨ 'ਚ ਭਾਈ ਤੁਹਾਡੀ ਗੱਲ ਬਿਲਕੁਲ ਖਾਜਾ ਸਾਹਿਬ ਪਿੱਛੇ ਚਲੇ ਗਏ। ਤੁਹਾਡੀ ਗੱਲ ਠੀਕ ਹੈ, ਤੁਹਾਡੇ ਕੋਲ ਸਵਾਲ ਭਾਈ ਪੁੱਛ ਲੈਣਗੇ ਤੇ ਜਵਾਬ ਵੀ ਲੱਭ ਜਾਣਗੇ ਜਿਹੜੇ ਸੱਚੇ ਨੇ, ਤੇ ਫਿਰ ਹੁਣ ਜਵਾਬ ਲੈਣ ਤੇ ਫਿਰ ਰਾਹ ਹਦਾਇਤ ਤੇ ਵਾਪਸ ਆ ਜਾਣ ਇਨਸ਼ਾਅੱਲਾ। ਲੇਕਿਨ ਗੱਲ ਹੈ ਵੀ ਅਮਰ ਭਾਈ ਜਵਾਬ ਤੇ ਮੈਨੂੰ ਵੀ ਨਹੀਂ ਲੱਭਦੇ। ਕਿਆ ਮੈਂ ਇੰਨਾ ਬੇਵਕੂਫ ਹਾਂ ਕਿ ਕੋਈ ਮੁੱਲਾ ਮੈਨੂੰ ਜਵਾਬ ਨਾ ਦੇ ਤੇ ਮੈਂ ਇਸਲਾਮ ਛੱਡ ਕੇ ਮੈਂ ਕਾਦੀਆਨੀਅਤ ਤੇ ਚੜ ਜਾਵਾਂ? इंसान ने, अल्लाह ने सानू अशरफुल मखलूकात बनाया है, क्या मनु पूरा आलम इस्लाम जवाब अगर ना दे, पूरा पाकिस्तान ना जवाब दे, क्या मैं तावी कहांगा एक कज़ाब ते दज्जाल नु ते मैं ईमान लेवा तो बस सफर ते ए कौम जवाब देगी? ए कौम कादियानियत जेड़ा पप्पू नु भी नहीं चुकदे उत्तों मीर इन्हां दा जेड़ा सानू वड्डा मुरब्बी है मीर सलीम, वो भी मनु थल्ले ला दिंदा है। ए जवाब दे इन्हां ने जवाब दिता है इन्हू ख्वाजा रिहान नू। ਮੈਨੂੰ ਤੇ ਅਮਰ ਭਾਈ ਕੋਈ ਦਾਲ ਚ ਕਾਲਾ ਹੀ ਲੱਗ ਰਿਹਾ ਜੇ ਬਾਕੀ ਅੱਲਾ ਮਾਲਕ। ਪੱਪੂ ਦਾਲ ਚ ਕਾਲਾ ਹੈ ਕਿ ਦਾਲ ਹੀ ਸਾਰੀ ਕਾਲੀ ਹੈ? ਮੈਂ ਕਿਹਾ ਦਾਲ ਚ ਕਾਲਾ ਹੈ ਕਿ ਸਾਰੀ ਦਾਲ ਹੀ ਕਾਲੀ ਆ? ਜੋ ਕੁਝ ਵੀ ਹੈ ਅਸੀਂ ਤੇ ਹਾਜ਼ਰ ਹਾਂ ਹਰ ਸਵਾਲ ਦਾ ਜਵਾਬ ਦੇਣ ਨੂੰ। ਇਹ ਜਿੱਥੇ ਗਏ ਨੇ ਉੱਥੇ ਤੇ ਸਵਾਲਾਤ ਦੀ ਪਾਬੰਦੀ ਹੈ, ਸਵਾਲ ਉੱਥੇ ਕਰ ਹੀ ਨਹੀਂ ਸਕਦੇ ਤੁਸੀਂ। ਬੰਦੇ ਚੀਕਾਂ ਮਾਰਦੇ ਨੇ ਸਾਨੂੰ ਆ ਕੇ ਕਹਿੰਦੇ ਨੇ ਕਿ ਸਵਾਲ ਵਾਲੀ ਕਾਲੀ ਜੇ ਉਹ ਤੁਹਾਡੇ ਵਾਲੀ ਗੱਲ ਏ। ਮੈਂ ਕਹਿੰਦਾ ਤੁਸੀਂ ਮੈਂ ਇਹਨੂੰ ਪੱਪੂ ਤੇਰੇ ਵੀ ਸਿਗਨਲ ਰੈਡ ਨੇ ਤੇ ਮੇਰੇ ਵੀ ਸਿਗਨਲ ਰੈਡ ਨੇ। ਕੋਈ ਗੱਲ ਹੈ ਵੀ ਅੰਨੇ ਨੂੰ ਕਸੁੰਨ ਮਾਰੇ ਅੰਨਾ ਤੇ ਜਾ ਵਜੇ ਜਾ ਕੇ ਉਹਨੂੰ ਥਾਮ ਨੂੰ। ਹਾਂ ਇਹ ਆ ਗਿਆ ਤੁਹਾਡੇ ਜਮਾਤੇ ਅਹਿਮਦੀਆ ਦਾ ਨੁਮਾਇੰਦਾ ਥੱਲੇ। ਇਹ ਕੋਈ ਮੋਡਰੇਟਰ ਹੈ ਤੇ ਇਹਨੂੰ ਘੱਲੇ ਆਪਣੇ ਮਕਾਮ ਤੇ। ਮੈਂ ਡਰਾਈਵ ਪਿਆ ਕਰਨਾ। ਇਹਨੂੰ ਐਸੇ ਗੁਸਤਾਖ ਨੂੰ ਮਿਊਟ ਕਰ ਦਿਓ। ਇਹਨਾਂ ਜਵਾਬ ਦੇਣੇ ਨੇ, ਇਹਨਾਂ ਕੀ ਜਵਾਬ ਦੇਣੇ ਨੇ? ਸਾਨੂੰ ਪੁੱਛੋ ਸਵਾਲ। ਖਾਨ ਸਾਹਿਬ ਵਾਪਸ ਆਓ, ਸਵਾਲ ਪੁੱਛੋ। हम तो माइल बेकरम हैं, कोई साइल ही नहीं, राह दिखलाएं किसे, कोई राह रवे मंजिल। हाँ जी अहमद साहब चलो जी मैं एक सवाल करता वा, उस फिलहाल उस सवाल का जवाब दिओ अगर तुसी दे सकते हो। माशाल्लाह तुसी अच्छे सवाल करो, वो सवाल करो जिसकी वजह तो तुसी दावा करते हो कि तुसी इस सवाल का जवाब ना लगन दी वजह तो कादियानी। वो सवाल करो। गल है वे मेरा सवाल लै लो, ਤੁਸੀਂ ਮੈਨੂੰ ਜਵਾਬ ਦਿਓ। ਬਹਿਸ ਮੈਂ ਨਹੀਂ ਕਰਨੀ ਤੁਹਾਡੇ ਨਾਲ, ਨਾ ਮੈਂ ਬਹਿਸ ਕਰਦਾ ਹਾਂ। ਸਵਾਲ ਹੈ ਵੇ ਕਿ
ਤੁਸੀਂ ਕਹਿੰਦੇ ਹੋ ਈਸਾ ਅਲੈਹਿਸਲਾਮ ਜ਼ਿੰਦਾ ਅਸਮਾਨ ਤੇ ਨੇ, ਤੁਹਾਡੀ ਗੱਲ ਮੈਂ ਮੰਨ ਲਈ, ਉਹਨਾਂ ਦਾ ਰਫਾ ਹੋਇਆ, ਅੱਲਾ ਨੇ ਉਹਨਾਂ ਨੂੰ ਆਪਣੀ ਤਰਫ ਉਠਾ ਲਿਆ। ਤੇ ਅੱਗੇ ਤੁਸੀਂ ਕਹਿੰਦੇ ਹੋ ਕਿ ਹਦੀਸ ਹੈ ਕਿ ਈਸਾ ਅਲੈਹਿਸਲਾਮ ਦਾ ਨਜ਼ੂਲ ਹੋਏਗਾ, ਇਹ ਵੀ ਤੁਹਾਡੀ ਗੱਲ ਮੰਨ ਲਈ, ਨਜ਼ੂਲ ਵੀ ਹੋਏਗਾ। ਅਗਰ ਅੱਜ ਜਾਂ ਜਿਸ ਟਾਈਮ ਵੀ ਨਜ਼ੂਲ ਹੋਏ, ਮੈਂ ਜ਼ਿੰਦਾ ਹੋਇਆ, ਤੁਸੀਂ ਜ਼ਿੰਦਾ ਹੋਏ, ਤੇ ਉਹ ਜਿਹੜੀ ਆਇਤ ਹੈ ਬਰਫੁल्लाह अलैह کہ اللہ نے انہوں نے اپنی طرف اٹھا لیا وہ آسمان تے نے، وہ آیت کتنے جائے گی؟ کیا وہ آیت منسوخ کی جائے گی؟ اس آیت نو نکال دیتا جائے گا؟ کیونکہ عیسیٰ علیہ السلام تھلے ہون گے اور وہ آیت پڑھ رہے ہون گے کہ عیسیٰ علیہ السلام نو اللہ اتے اپنی طرف اٹھا لیا۔ ਅੱਛਾ, ਬਸ ਇਹੀ ਸਵਾਲ ਹੈ। ਇਸ ਸਵਾਲ ਦੀ ਵਜ੍ਹਾ ਤੋਂ ਤੁਸੀਂ ਇਸਲਾਮ ਨੂੰ فی الحال ਛੱਡ میرا یہ سوال ہے، تسی دیو جواب۔ میں تو اوکے السلام علیکم عامر بھائی، وہ سوال لیں جو جس کے اوپر انہوں نے اسلام کو چھوڑا تھا، اس سوال کی طرف ان کو بلائیں۔ چلو محبت کا تقاضا ہے وے، ہمدردی کا تقاضا ہے وے کہ سوال وہ جہاں بھی کرن اسی وہ جواب دئیے، کوئی مسئلہ نہیں ہے۔ انہوں نے سوال کا صحیح ہے، جواب بات یہ بھی صحیح ہے۔ السلام علیکم وعلیکم السلام۔ جی بات کیجئے۔ آپ نے دینا ہے جواب؟ آپ دینا چاہتے ہیں؟ میں تو صرف چھوٹا سا جواب دوں گا خواجہ بھائی، جس طرح سے علیکم السلام ورحمۃ اللہ، جس طرح سے نبی علیہ السلام کے بارے میں پیشن گوئی کی حضرت عیسیٰ نے، نبی علیہ السلام آ گئے، آج بھی موجود ہے وہ پیشن گوئی، قیامت کی صبح تک آ بھی گئے، اور نبی علیہ السلام وفات بھی پا گئے، قیامت کی صبح تک قرآن مجید میں موجود ہے۔ ویسے نبی علیہ السلام نے ایک پیشن گوئی کی ہے، جب حضرت عیسیٰ آئیں گے وہ آیت موجود رہے گی، وفات پا کے چلے بھی جائیں گے تب بھی موجود رہے گی، قیامت کے صبح تک موجود رہے گی، اس میں دقت والی بات تو کوئی ہے نہیں۔ جی مجھے اتنا ہی کہنا ہے خواجہ بھائی۔ پیر صاحب ایک اور بات، پیر صاحب مائک کھولیں، پیر صاحب جی سلام کیجیے۔ مائک میوٹ رکھا ہے۔ آپ ایک منٹ، عامر بھائی ایک منٹ، مائک میوٹ رکھا ہے۔ السلام عامر علیکم۔ بھائی ایک منٹ، صرف ایک بات کرنی ہے، اور تم نماز کے قریب مت جاؤ جب نشے میں ہو، تو کیا ابھی یہ نشہ کرتے ہیں؟ ان سے پوچھ کے ذرا اس کے بارے میں پیر صاحب ذرا ان کو بیان کر دیں۔ وہ الزامی جواب نہیں، وہ خواجہ کچھ ان کو ملال ہے نہیں ان کی۔ الزامی نہیں، اور میرے دوست ہیں، یہ میرے دوست ہیں، ان کو یہ آیت بھی ان کو بیان کر دیں کہ نشے نماز کے قریب مت جاؤ جب تم نشے میں ہو۔ بیان نشہ کیجیے، آپ بیان کیجیے، میں نے جتنا بیان کرنا تھا بیان کر دیا۔ آپ اس کو بیان کر خواجہ صاحب کریں سوال اس پر کوئی اشکال ہیں جو بھی کرنا ہے کریں۔ اچھا جی اب عیسیٰ علیہ السلام جب آئیں گے اور وہ یہ آیت پڑھیں گے وما محمد الا رسول قد خلت من قبل الرسول، کہ محمد صلی اللہ علیہ وسلم ایک رسول ہے اور ان سے پہلے کے تمام رسول گزر گئے مطلب چلے گئے، ختم ہو گئے، ان کی کہانی ختم ہوگی۔ اب مجھے یہ بتائیں، وہ آیت یہ پڑھیں گے عیسیٰ علیہ السلام، تو قرآن تو کہہ رہا ہے کہ وہ آیت لکھی ہوئی ہے کہ عیسیٰ علیہ السلام چلے گئے، گزر گئے، فوت ہو گئے، تو وہ آیت تو وہاں پر ہوگی، پھر وہ بات تو ٹکرائے گی عیسیٰ علیہ السلام کے ساتھ، عیسیٰ علیہ السلام زندہ ہوں گے، اور وہ آیت میں تو ان کی جو گزر جانے کا، وفات ہونے کا ذکر ہو رہا ہے۔ جی پھر اس کے نبی خواجہ بھائی اس کا تو وہی جواب ہے نا، ٹکرائے گی کیوں؟ نبی علیہ السلام یہ آیتیں پڑھتے تھے، قد خلت من قبلہ الرسل، خود موجود تھے یا نہیں تھے؟ باقی انبیاء گزر چکے تو کوئی فرق نہیں پڑا۔ جب آئیں گے حضرت عیسیٰ اور یہ آیتیں پڑھیں گے فجر کی نماز میں، وما محمد الا رسول قد خلت من قبلہ الرسل پڑھیں گے، محمد کے بارے میں پڑھیں گے علیہ السلام، سنو لوگو محمد اللہ کے رسول ہیں، اور جس طرح اور رسول تھے وہ بھی ایک رسول ہیں۔ افإن مات او قتل، جب نبی پڑھتے تھے نہ قتل ہوئے تھے نہ وفات پا گئے تھے، جب حضرت عیسیٰ پڑھیں گے نبی علیہ السلام وفات پا گئے ہیں۔ لوگوں کو معلوم ہے، اس میں اشکال والی کون سی بات ہے؟ اگر پڑھ بھی لیں، لوگوں کو معلوم ہے کہ نبی علیہ السلام جس وقت پڑھ رہے تھے
उस वक्त ना कत्ल हुए थे ना ही वफात पा गए थे। जब हज़रत ईसा पढ़ेंगे तो लोग मुसलमान जानते हैं, आप भी जानते हैं। अभी मैं पढ़ूँगा वमा मुहम्मदुन इल्ला रसूल क़द खलत मिन क़ब्लिहिर रुसूल अफ़ा इन मात औ क़ुतिला, तो आपको मालूम है कि वफात पा गए हैं। इसमें इश्काल कौन सा है, क्या इश्काल है? मतलब अगर कोई ये आयत पढ़ ले नबी अलैहिस्सलाम के बारे में, अब नबी अलैहिस्सलाम वफात पा गए हैं, इसमें कोई इश्काल आ गया है? नहीं। क्या इश्काल है भाई, बताइए ख्वाजा साहब, बताइए। देखें जी, वमा मोहम्मदुन इल्ला रसूल कद खलत मिन क़ब्लिहि रसूल, रसूलुल्लाह सल्लल्लाहु अलैहि वसल्लम की जो रसालत है वो क़यामत तक है। जी रसूलुल्लाह सल्लल्लाहु अलैहि वसल्लम की जो रसालत है वो क़यामत तक है, लेकिन उनसे पहले जो रसूल थे उनकी रसालत भी ख़त्म हो गई, रसूल भी गुजर गए। तो आज ये आयत पढ़ते हुए कि वमा मोहम्मदुन इल्ला रसूल, वो मोहम्मद सल्लल्लाहु अलैहि वसल्लम अल्लाह के रसूल हैं, लेकिन उनसे पहले तमाम रसूल जो हैं वो फोत हो गए हैं, गुजर गए हैं। तो ईसा अलैहिस्सलाम तो उस टाइम जिंदा होंगे? मेरा ये सवाल है मोहतरम। हाँ, मैंने इसका जवाब तो दे दिया ना। जब नबी अलैहिस्सलाम पढ़ रहे थे, क्या वो गुजर चुके थे? उनका दौर रसालत ख़त्म था? क्या इसमें कोई फ़र्क पड़ा? शायद ये आप नहीं समझ रहे। नबी मोहम्मद सल्लल्लाहु अलैहि वसल्लम से पहले की, इस आयत में नबी मोहम्मद सल्लल्लाहु अलैहि वसल्लम से पहले के रसूलों की बात हो रही है। जी, ईसा जी, जी। अलैहिस्सलाम उनसे पहले के रसूल हैं मोहतरम। अच्छा, समझ गया आपकी बात। भाई बताइए, नबी अलैहिस्सलाम अब तो गुजर चुके हैं बकौल आपके ना, वफात पा गए, ठीक है? बताइए ख्वाजा भाई, बताइए ख्वाजा साहब आप। हाँ, क्या उनका दौर रसालत भी ख़त्म हो चुका है? ईसा अलैहिस्सलाम का दौर रसालत भी ईसा खत्म का हो मैं गया नहीं और वो पूछ खुद रहा, भी। मैं ईसा का नहीं पूछ रसूलुल्लाह रहा। सल्लल्लाहु अलैहि वसल्लम का तो दौर रसालत है ना, मैंने आपको बाकी बोला है। है कि क्यों रसूलुल्लाह सल्लल्लाहु क्यों अलैहि वसल्लम क्यों? का रसालत का दौर क़यामत तक है। हाँ ख्वाजा भाई, नबी अलैहिस्सलाम वफात पा चुके हैं, गुजर चुके हैं, खलत हो गए हैं, ठीक मान गए। क्या उनका दौर रसालत भी ख़त्म हो चुका है? यह है सवाल। नहीं, रसूलुल्लाह नहीं। सल्लल्लाहु अलैहि वसल्लम का रसालत का दौर है। हाँ, क्यों? रसूलुल्लाह इसकी सल्लल्लाहु क्या अलैहि दलील वसल्लम है? इसकी अल्लाह क्या के दलील रसूल है? हैं। एक मिनट, इसकी क्या दलील है? इसकी दलील आयत का पहला फिक्रा ही है, वमा मोहम्मदुन इल्ला रसूल, कि मोहम्मद सल्लल्लाहु अलैहि वसल्लम अल्लाह के रसूल हैं। लेकिन आगे आगे जाकर देखें कि उनसे पहले के तमाम रसूल गुजर गए, चले गए, नबी फौत हो गए। अलैहिस्सलाम की दौर रसालत ख़त्म नहीं, वो आखिरी इंसान के लिए रसूल हैं। इसकी क्या दलील है? कि शरीयत आखिरी शरीयत है ना अस्मानी हाँ, साहब। ठीक है, बस ठीक है। अल-यौम अकमलतु लकुम, उसकी तरफ आप इशारा कर रहे हैं। अब नबी अलैहिस्सलाम के दौर रसालत मौजूद है, आदम से लेकर हज़रत ईसा तक सब भी आ जाएं, उनका दौर रसालत तो ख़त्म हो चुका है। वो तो एक कौम के लिए थे, रसूल तो हैं, वो नबी तो हैं। एक मिनट ज़रा। नहीं, शायद जब तक पीर अस्तानी भाई का फ़ोन आ जाता है ना, ख्वाजा साहब शायद आप ये बात कर रहे हैं कि जो बात पहले हो चुकी उसको कुरान दोहराएगा तो वो रुकावट पैदा होगी, उलझाव पैदा होगा, यही कहना चाह रहे हैं ना? जो वाक़या माज़ी में हो एक बंदा जिंदा है, कुरान उनको वफात दे रहा है। हाँ, बहुत अच्छा, मेरी बात। बंदा जिंदा, एक सेकंड पीर अस्तानी भाई, सौरभ आधा मिनट मुझे दे। अगर बंदा जिंदा हो, कुरान उसके फोत हो जाने का ऐलान कर रहा हो तो मसला पैदा होता है ना। इसी तरह अगर बंदा फोत हो गया हो, कुरान उसके जिंदा होने का ऐलान कर रहा, बराबर ही है ना मसला? तो फिर भी वैसा ही है कि कोई फर्क है इसमें? पहले बयान कर दें। जी जी। तो अब देखें, जो आयत आप पढ़ रहे हैं ना, इसी आयत में लिखा हुआ है वमा मुहम्मदुन इल्ला रसूल कद खलत मिन क़ब्लिहि रुसूल आफा इम्मात, आफा इम्मात, अगर वो फोत हो जाएं, 2024 में वो जिंदा है कि फोत हो गए हैं? 2024 में नवंबर में वो फोत शुदा नबी है ना, फोत हो चुके हैं ना। अगर हम ये कहें कि वो फोत हो गए हैं, कुरान कह रहा है कि अगर वो फोत हो जाएं, मसला तो नहीं खड़ा हो गया? निकाल दें ये आयत कुरान के बीच में से।
क्योंकि देखें हालात के साथ मुताबिकत नहीं ना रखती। नबी पाक तो फौत हो चुके हैं और कुरान कह रहा है अगर वो फौत हो जाएं आफा इमात औ कोतेला, तो फिर काम तो खराब हो गया। ये निकाल दें आयत बीच में से कि तलावत करते रहें। लेकिन उनकी रसालत मौजूद है, उनकी रसालत जिंदा है। भाई कुरान ने रसालत की बात नहीं, कुरान ने मोहम्मद रसूलुल्लाह की बात की है। वमा मोहम्मदुन इल्ला रसूल कद खलत मिन कबलहि रसूल आफा इमात। किसको कहा है आफा इमात? रसूलुल्लाह को कहा है, मोहम्मद रसूलुल्लाह को कहा कि लेकिन उसमें अगर का लफ्ज आया मोहतरम, अगर का लफ्ज आया है। हाँ, अगर वो फौत हो जाए। अब अगर का फिक्रा जब आप पढ़ते हैं कुरान की आयत में, अगर वो फौत हो जाएं तो क्या सोचते हैं? अभी फौत नहीं हुए। असल बात यह है कि आप सिर्फ तलावत करते हैं, आप तलावत करते हैं, ना कि आप उसको बैन ही सामने समझ कर पढ़ रहे होते हैं कि अभी नबी पाक फौत नहीं हुए। ऐसे जब ईसा अलैहिस्सलाम आएंगे ना तो वो तलावत करेंगे और दीगर मुसलमान भी कुरान करीम की इन आयात की तलावत कर रहे होंगे। इसको सामने रख के नहीं कहेंगे कि अभी ईसा अलैहिस्सलाम जिंदा हैं या गुजर गए हैं या फौत हो गए। ये नहीं होता। कुरान की आयत सिर्फ तलावत की जाती है और वो पिछला कई दफ़ा माजी की हकायत होती है, कई दफ़ा मुस्तकबिल की खबर होती है, कई दफ़ा हाल का ज़माना होता है उसमें, तो उसको सिर्फ तलावत किया जाता है, भले वो माजी की हो। आप कह रहे हैं कि कुरान को सिर्फ तिलावत करनी है, क्या उसको हमने समझना नहीं है, उसके ऊपर अमल नहीं करना? जब समझेंगे, इस्लाम आ गए, उन्होंने ये आयत पढ़ी, मैं जिंदा हूँ, मैं सुन रहा हूँ, मैं तो ईसा अलैहिस्सलाम को कैसे मानूंगा? मैं कहूँगा कुरान तो कह रहा है तुम फौत हो गए हो। मैं वही कह रहा हूँ कि जब आप समझेंगे, जब आप देखेंगे कि ये आयत क्यों कह रही है वमा मोहम्मदुन इल्ला रसूल कद खलत मिन कबलिहि रसूल, जबकि ईसा अलैहिस्सलाम तो ज़मीन पर नज़ूल फरमा चुके हैं, समझेंगे तो पता चल जाएगा कि ये आयत आज से 1400 साल पहले नाज़िल हुई थी। अब तो हम सिर्फ इसकी तलावत कर रहे हैं, जिस तरह अत्तहियात में हम कहते हैं। आज से 1400 साल पहले खबर दी गई थी कि मोहम्मद सल्लल्लाहु अलैहि वसल्लम अल्लाह के रसूल हैं, लेकिन उनसे पहले जो रसूल थे वो सारे फौत हो गए हैं। आज से 1400 साल पहले की बात मैं भी कर रहा हूँ, खबर दी गई। किस लफ्ज़ का मानी है फौत हो चुके हैं? किस लफ्ज़ का मानी है फौत हो चुके हैं? वो लफ्ज़ कद खलत से आप क्या लेते हैं? कद खलत में फौत किसका मानी है? कद खलत में फौत हो जाना किसका मानी है? आप कद खलत से क्या मानी ले रहे हैं? मुझे ये समझा दे। जिंदा ले रहे हैं हम तो इसमें से मौत का कोई मानी नहीं ले रहे, इसमें कोई लफ्ज़ ही मौत का नहीं है कि पिछले सारे नबी इसलिए नहीं ले रहे ना कि आप इसलिए नहीं ले रहे ना कि आपने ईसाइयों का कीदा सच्चा करना है। भाई आज से लेना शुरू कर देते हैं। आप लफ्ज़ बताएं कुरान में कौन सा लफ्ज़ है जिसका मतलब है कि पहले वाले सारे नबी फौत हो गए हैं? कौन सा लफ्ज़ है? खलत का मानी फौत होना होता है। कद खलत खला कर जाना, चले जाना, फौत हो जाना होता है, हैं? अब एक मुहावरा है, मैं कहता हूँ मेरी जो दादी है वो फौत हो गई है, गुजर गई है, इससे क्या मुराद है? कि वो गुजर गई, इससे क्या मुराद है? क्या कि कराची से लाहौर चली गई? राजा साहब अब ये तो बात समझ आ गई, यहाँ पर फौत का कोई लफ्ज़ नहीं है, ना मौत का, ना फौत का, ना कत्ल का, ना शहादत का, यहाँ पर कोई इस तरह का लफ्ज़ नहीं है। सिर्फ इतना ही है कि ये ऐसे ही अल्लाह के रसूल हैं जिस तरह से पहले इनसे कई पहले रसूल हो चुके हैं, बस इतना ही मतलब है। फौत होने का, मर जाने का, शहीद हो जाने का, कत्ल हो जाने का इसमें जिक्र ही नहीं है बिल्कुल। फिर इस आयत से मैं क्या मतलब लूँ कि बाकी भी तमाम रसूल जिंदा हैं? ना इसमें जिंदगी का जिक्र है ना मौत का जिक्र है। पहले कई रसूल हो चुके हैं, ये भी ऐसे ही रसूल हैं, बस इतना ही मतलब है। हो चुके हैं, कब हम कह रहे नहीं हो चुके? सारे रसूल हो चुके हैं। फौत होने का भाई इसमें मतलब नहीं। ख्वाजा साहब ये आपको गोली दी जाती है, धोखा दिया गया है, आपको गुमराह करने के लिए ये कहा गया है। कुरान की इस आयत में फौत हो जाने का ना लफ्ज़ है, ना मफ़हूम है, ना मानी, ना तशरीह है, ना तफसीर है, कुछ भी नहीं है इसमें। वो सवाल करें मुश्किल जिसकी वजह से आप कादियानी हो, वो सवाल करें। मैं ये कहना मैं चाहता हूँ, कादियानी नहीं, मैं अहमदी हूँ। हाँ ठीक है, मौके पे सूरत सफ की आयत पढ़ना। फिलहाल मेरे यही सवाल थे, लेकिन मुतमईन नहीं हो सका आपके इस जो दूसरा सवाल था कद खलत वाला, तो इसके बारे में इंशाल्लाह फिर भी कभी बात होती रहेगी। ठीक है, ठीक। कोई मसला नहीं। आप ये ना जाके कहिएगा कि मैं गया था सवाल पूछने तो मौलवियों ने मेरी करैक्टर में असैसिनेशन, हमने तो आपसे पूछा भी नहीं है। नहीं, आप नाम नज़ीर साहब, आपकी ब्राड के बारे में
میرے منہ سے آپ ایک لفظ بھی کہیں بھی نہیں سنیں گے. بہت اعلیٰ. جی اس وقت یہ آیات مجھے یاد آئی سورۃ الصف کی. وَإِذْ قَالَ عِيسَى ابْنُ مَرْيَمَ يَا بَنِي إِسْرَائِيلَ إِنِّي رَسُولُ اللَّهِ إِلَيْكُمْ مصدقا لما بين يدي من التوراة ومبشرا برسول يأتي من بعدي. میرے بعد ایک رسول آئیں گے. میں رسول ہوں، میرے بعد جو رسول آئیں گے ان کا نام احمد ہوگا. اب کوئی سوال کرے گا، میرے جیسے کم فہم لوگ بہت ہیں، ان کو واقعتاً یہ بات سمجھ میں نہیں آئے گی. حضرت عیسیٰ جو ہے نماز پڑھا ہوئے ہیں عشاء کی اور یہ پڑھ رہے ہیں. اب وہ سوچے گا ایک رسول اور بھی آئے گا، تو اس کا ہم کیا علاج کر سکتے ہیں؟ اس آیات کو بھی پڑھیں گے حضرت عیسیٰ. ممکن ہے کہ عشاء کی نماز میں پڑھیں، ویسے ہی ممکن ہے کہ اس کو پڑھتے ہوئے تشریح کر رہے ہوں. قرآن تو موجود ہے. یا یہ کہ کوئی اور مہدی پڑھ رہے ہوں اور امامت کر رہے ہیں، مہدی اور معموم ہیں حضرت عیسیٰ، اور مہدی کے منہ سے بے تحاشا یہ الفاظ، یہ معجزہ اللہ پاک ان کے زبان پہ لے آئے اور یہ آیتیں پڑھیں. یاتی من بعدی، حضرت عیسیٰ کہہ رہے ہیں کن کو؟ اپنے ماننے والوں کو. کب؟ جب ان کے دور رسالت تھا. بتا رہے تھے کہ میرے بعد ایک رسول آئیں گے، یاتی من بعدی اسمہ احمد. اب کچھ لوگ ایسے ہوں گے یہ کہیں، کم فہم بہت ہیں، جیسے ابھی سمجھ نہیں آ رہی، میں مطمئن نہیں ہو رہا اگر کوئی مجھے جواب دے گا، کہ حضرت عیسیٰ کو یہ پڑھا کے سنایا جا رہا ہے کہ آپ نے تو یہ کہا تھا کہ ایک رسول آئیں گے اس کا نام احمد ہوگا. اب پھر لوگ پھر انتظار کریں گے. پھر کوئی دعویٰ کرے گا دیکھو حضرت عیسیٰ نے خود کہا، آپ خود کہہ رہے ہو احمد میں ہوں، ذل میں آیا ہوں. کیا یہ ممکن ہے؟ کیا یہ کہہ دینا درست ہوگا؟ حالانکہ حضرت عیسیٰ موجود ہے ابھی. آپ نے کہا تھا من بعدی، آپ تو زندہ ہیں، ابھی تک آپ مرے نہیں. تو آپ کے مرنے کے بعد ایک آئے گا. وہ لوگ دلیل دے کہ بھی میں نے تو کہا تھا کہ میرے بعد، میں نے کہا نہیں تھا کہ میرے مرنے کے بعد، میں نے یہ نہیں کہا تھا کہ میں نہیں آؤں گا ان کے دور رسالت میں، یہ تو میں نے کہا ہی نہیں تھا. کہتے دیکھو آیات تو یہ ہے، آپ نے تو یہ بتایا تھا. آپ کے بعد یعنی آپ کے مرنے کے بعد ایک اور رسول آئے گا، وہ انتظار کرے گا، یا ہو سکتا ہے کوئی ذلی بروزی کا دعویٰ کرے تو اور لاکھ دلیلیں حضرت عیسیٰ دے دیں، مسلمان لاکھ دلیلیں دے دیں، وہ کہے بھائی میں تو مطمئن نہیں ہوا. اس کا علاج کسی کے پاس نہیں ہے بھائی. اور انسان کا فہم ہے، ممکن ہے کہ وہ ایسے ہی سمجھتا ہو، اس کے ساتھ کچھ بھی نہیں کیا جا سکتا، وہ معذور ہے. جی چلیں بھائی خواجہ صاحب، کوئی اور سوال ہے تو کریں. جی عامر صاحب، میں مصروف ہوں، میں انشاءاللہ دوبارہ آتا رہوں گا آپ کی براڈ پہ. جو سوال ہوا انشاءاللہ آپ سے کروں گا. اچھے انداز میں آپ لوگ بتاتے بھی ہیں، سمجھاتے بھی ہیں. بس یہی انداز جو ہونا چاہیے بنا گالی کے. السلام علیکم مامور بھائی، کوئی سانو بھی انتظار کرا دو اپنا. آواز آ رہی ہے؟ وعلیکم السلام. پتہ لگ گیا تو میں کیا ہونا تھا اسی ذرا پپو بچے بن جی نا ذرا کہ نہیں. اوے گل سنو نا، ایدے چ 28 ہے تے اودے چ 21 مسئلہ تو نہیں ہون لگا. آواز آ رہی ہے امر بھائی؟ کوئی نہیں مسئلہ. ترکش ہے، چلو صحیح ہے، میں کیمرہ بند کرنا. عدنان مطلوب صاحب کہتے ہیں کہ وہ مطمئن نہیں کر سکے خواجہ صاحب کو. بھائی ہمارا اگر کوئی اس کو کریکٹر اسیسینیشن یا کوئی اس طرح کا معاملہ ہوا ہے تو وہ بتائیں. مطمئن کرنا نہ کرنا ہمارا کام تو سوال کا جواب ہی دینا. مرزا صاحب نے
सबको मुतमिन कर लिया था लोगों के सवालों के जवाब देके, या आप रोज हमें नहीं आमिर मुतमिन भाई, करते हैं वो हमारे सवालों के जवाब देके? आपने कैरेक्टर असैसिनेशन नहीं की, यही तो मुद्दा था जो अचीव करने आते हैं लोग अक्सर, कि कैरेक्टर असैसिनेशन हो ताकि आगे जाकर कुछ बात कर सकें। अभी वो बात ही नहीं कर सकते आगे किसी ब्रॉड पे जाके, ये मसला है। वो दूसरी ब्रॉडों पे मैं अभी यहाँ पर आने से पहले और दीगर ब्रॉड पे गया हूँ मैं, तो उधर यही बातें चल रही थी कि मुसलमान जो हैं वो गालियाँ देते हैं, बात नहीं करते तरीके से, और साथ साथ वो उनके खुद के ही बंदे जो है बातें भी सुना रहे थे। हर दूसरा बंदा ऊपर चढ़ता, मैं उधर गया तो मुझे इस तरह मुखातिब किया मुसलमानों ने। और जहाँ पर कैरेक्टर आप असैसिनेशन नहीं होती, आप खुद भी मॉडरेटर हैं, आप ध्यान रखें अगर कोई हमारा मुसलमानों का बंदा कोई इस तरह की बात करता है, गालों गलौज करता है, आप खुद उसको नीचे फेंकें। अगर उनका बंदा पहल करता है तो आप खुद देखें। हमारे यहाँ इस तरह का मसला है कि हमने क्यों किसी को गालों गलौज करना। तो चाहते हैं लोग सवाल पूछें, सीखें, समझें, लेकिन अगर कोई दिल में कजी ले कि सिर्फ अपना जस्ट टू किल द टाइम आया है, तो उसका तो इलाज हमारे पास ना, इलाज इसका वही आबे नशा तंगेज है साहब। आमिर भाई यार, आपने वो आयत समझाई नहीं उन्हें फिर ख्वाजा साहब को? कौन सी यही आयत? जो आयत आप पढ़ रहे थे, वो मा मोहम्मद इल्ला रसूल कद खलत मिन क़ब्लिहि रसूल फमा अताउ कुतिला, हाँ हाँ, उसका आपने उनका क्या हुआ है को उसको? मतलब नहीं समझा सके आप? अगर वो मतलब समझा जो नहीं सके, नाकाम अगर हो गए। उनके वाला गलत था तो आज सही मतलब उसका क्या बनता है फिर? सही मतलब सिर्फ और सिर्फ इतना ही बनता है जो आप समझते हैं। नहीं, जो दूसरे का है वो सही आपको नहीं लगेगा ना, तब तक आपको सही नहीं लगेगा जब तक आप चले आप सही उस वाला वाला समझा मतलब नहीं देना। समझेंगे। भाई हमने समझा दिया। क्या समझा दिया आपने? कहा कि बस कुरान, बस उसको उसकी तिलावत करनी है, यही समझाया आपने, उसके अलावा तो कुछ नहीं समझाया। वो वो चले गए हैं ना, हाँ, वो चले गए हैं ना, वो गौर करेंगे। हाँ। हमने कोई किसी को यहाँ पर विश्राम रखा हुआ इस पे पसंद करवाने लोगों से। सिर्फ उन्हीं के लिए है कि जो दूसरे सुनने वाले होते हैं उनके लिए भी कोई आप उसको एक्सप्लेन कर दें ना। दो लोग सुन रहे होते हैं, फिर वो भी सुन लेंगे। लेकिन हाँ, मैं 2-4 मिनट के लिए बीच में म्यूट करना, सबके लिए आप भी करें जो करना चाहते हैं। जब समझा दें ना फिर। खलत का मायने जो है यहाँ पर, हम अरब में अगर आप आएंगे ना, मस्जिदों के बाहर लिखा होता है खली नालेक हिनक, अपने जूते यहाँ पर छोड़ जाएं, अपनी चप्पलें यहाँ पर छोड़ जाएं। ठीक ठीक है ना, और आगे बढ़ें। ठीक। अब ये क्या होते मतलब माने हुआ खली। इसका मतलब ये होता है कोई भी चीज़ आप जो पीछे छोड़ जाएं, ठीक है ना, या पीछे छूट गई हो या जगह छोड़ के जा रही हो, ठीक है ना, उसको कहते हैं खली। सही। अरबी बोलते हैं यहाँ पर खली, छोड़ो छोड़ो, जाने दो। ठीक है। ठीक है ना, वो वहाँ पर ये मुराद नहीं होती कि मर जाओ। सही। तो आयात को अब जब आप कादियानी उससे देखेंगे, जाविये से देखेंगे, तो जाहिर सी बात है उन्होंने अपने मज़हब को बचाने के लिए कुछ भी मायने उसके ऊपर अखज़ करने यार डालने, उनके वो छोड़ते मायने हैं, आप डालने। अपने मानी बता देना इस आयत का मफहूम क्या बनेगा, हम इससे क्या फहम लें? बताया ना, अब आमिर भाई ने भी बताया कि इसके मायने ये हैं कि आप नबी करीम सल्लल्लाहु अलैहि वसल्लम भी अल्लाह के रसूल हैं, ठीक जिस है। तरह इनसे पहले रसूल गुजरे, हाँ, आपसे पहले भी रसूल गुजरे हैं, ठीक है। ठीक है ना, इसी तरह आप नबी करीम सल्लल्लाहु अलैहि वसल्लम भी अल्लाह के रसूल हैं। ठीक है, तो फिर आगे ये और कुरान को रसूल कहने के की क्या गुजरने जरूरत से, है कि आफा माता कुतिल, मतलब फिर आगे से जी ये हाँ, एक्सप्लेन करने की क्यों जरूरत पड़ गई कि ज़रूरत अगर है उसकी, फोर्ट हो उसका जब जाएंगे? आप जाते हैं ना शान नुज़ूल पे जब आप जाते हैं, ग़ज़वा उहद की ये बात है कि जब ये अफवाह फैली थी वहाँ पर दौरान जंग कि नबी करीम सल्लल्लाहु अलैहि वसल्लम का नऊज़ुबिल्लाह कत्ल हो गया, ये अफवाह फैली थी वहाँ पर, ठीक है, जिसकी वजह से मुसलमान जो हैं वो अपनी सफ़ें जो है ना उनकी टूटने लगी वहाँ पर, और भगदड़ मची। कुछ लोग मदीना की तरफ निकल गए, कुछ लोग जो हैं रसूलुल्लाह सल्लल्लाहु अलैहि वसल्लम को तलाश करने के लिए आ गए। तो उस मौके के ऊपर ये आयत नाजिल हुई थी कि अगर नबी करीम सल्लल्लाहु अलैहि वसल्लम उनकी वफ़ात हो जाती है या वो कत्ल हो जाते हैं,
तो क्या तुम लोग उल्टे पैर दौड़ोगे? ठीक है, ये वहाँ पर ये नसीहत थी, सही, ठीक है ना, ये इसका पूरा पस मंज़र है। ठीक है। और मतलब ये है, अब फिर आयत जब जहाँ से शुरू हो रही है मेरे भाई, वहाँ से शुरू हो रही है वमा मुहम्मदुन इल्ला रसूल कद खलत मिन कब्लिहि रसुल। फिर इसका क्या यार, इसका इन दोनों का आपस में भी तो आप बनाए ना, कोई मकसद भी तो होना चाहिए बात का, कि सिर्फ पहले अंबिया का कह दिया गया कि वो गुजर गए, और आगे फिर बताने का रसूलुल्लाह मकसद सल्लल्लाहु अलैहि वसल्लम के यही बारे में था। फरमाया जा आयशा, रहा है कि वो हम्म, कत्ल हो जाएं या या फौत हो जाएं, आफा माता, या उनको मौत आ जाए या कत्ल हो जाए, फिर इन दोनों का आपस में भी तो कोई हिसाब बनाए ना, इन दो फिक्रों का। समझा नहीं मैं, मतलब क्या इन दोनों ये दो फिक्रे हैं, आप का दो मुताबिकत फिक्रे होनी इकट्ठे चाहिए? एक अभी जुमला बना मुताबिकत रहे हुई हैं नहीं। रहील साहब, दो फिक्रे एक जुमला बना रहे हैं। पहला फिक्रा है वमा मुहम्मद इल्ला रसूल कद खलत मिन कब्लिहि रसुल, अगला है अफाई माता औ कुतिला। मतलब ये अब इसमें पहले में गुजर गए लिखा गया है, उसके बाद उसकी एक्सप्लेनेशन दी जा रही है अफाई माता औ कुतिला। आपको ये नहीं लगता? मतलब अगर आप गुजर क्या गए नहीं को लगता? सिर्फ गुजर गए लिखेंगे तो फिर आगे अफाई माता औ कुतिला लिखने की क्या जरूरत थी? मिसाल यही बात दी जा रही है कि इनसे पहले भी अंबिया कराम, अच्छा अब मसला ये है कि जो कादियानी यहाँ से अखज़ करने की कोशिश करते हैं, वही बात वही आ जाती है ना, उनका जो मकसद है, मेन मकसद है वो एक लफ्ज़ को टारगेट करना, ठीक है। जबकि मुसलमान जब भी ये पढ़ते रहें, 1400 साल तक पढ़ते रहें, वहाँ पर इस तरह के ख़ास मतलब जो है वो हमको बयान करने की ज़रूरत पड़ी नहीं। खलत का मतलब समझाने की हमको ज़रूरत पड़ी नहीं, क्योंकि खलत के मायने सबको मालूम है, ठीक है ना। अब इस खलत से मुराद अगर कोई मौत ले रहा है तो वहाँ पर फिर हमको फोकस करके बताना पड़ता है कि खलत से मुराद और मौत उस सेंस में कि जहाँ पर वो कोशिश कर रहे होते हैं कि दूसरी आयत के साथ वो टकराए, जिस तरह हज़रत ईसा अलैहिस्सलाम को वो लेकर आते हैं बीच में। खलत के मायने वो मौत इसलिए करार दे रहे हैं ताकि हज़रत ईसा अलैहिस्सलाम की वफ़ात को जो है ना किसी तरह साबित किया जाए। अस्सलाम वालेकुम। ठीक है ना। तो हम यहाँ पर हम लोग फिर यहाँ पर खलत के मायने जो है ना समझाने की कोशिश करते हैं, वरना नॉर्मली जो आयत है वो एक ख़ास और मतलब उसकी जो शान नुज़ूल है, मतलब दौरान जंग ही ये आयत क्यों नाजिल हुई, अच्छा, ठीक है ना, और मुसलमानों के भगदड़ की बात क्यों आ नहीं, रही है। मैं भी आराइल भाई, मैं भी यही पूछने वाला था कि आखिर इस आयत से इस्तिदलाल का मकसद क्या है इनका। देखिए ना, अगर खलत से लफ्ज़ मौत है तो फिर मौत और कत्ल का लफ्ज़ क्यों इस्तेमाल किया गया? उस वक्त नबी करीम सल्लल्लाहु अलैहि वसल्लम जिंदा थे ना जिस वक्त ये आयत नाजिल हुई। जिंदा थे, और हाँ, अगर तो ये भी तो लगा ना बिल्कुल। अफाई माता खलत लगा, अगर मौत अगर है, हाँ, अफ़इम्मात तो इस्तेमाल किया, अफ़इम्मात औ क़ुतिल, तो खलत का फिर दोबारा इस्तेमाल तो नहीं किया ना। खलत का फिर पहले क्यों किया? इसका मतलब खलत का मतलब मौत नहीं है, कहीं भी मौत का लफ्ज़ इस्तेमाल नहीं हुआ खलत जो है। देखिए, खलत के मायने मौत के बनते नहीं है, अरबी आम बोलचाल के अंदर इसके मायने बनते हैं छोड़ जाना, आगे गुजर जाना, पीछे रह जाना, ठीक है ना, या आगे निकल जाना, हाँ, ऐसे ही है। ठीक है। मौत तो इसके मायने, अगर इसको खुसूसन मौत से आपने अगर वो करना है, ये जिस तरह का दिया नहीं करते, वो उसका पीछे मकसद कुछ और है उनका। ठीक है जी, जज़ाकल्लाह भाई। मकसद वही है, ठीक है ना। साहब ने रिड़कना चाहते हैं, मकसद वही है, और क्या मकसद है? तो यार आमिर इतना भाई, तरद्दुद वो क्यों कर रहे हैं तुसी नहीं समझा कि नहीं ईसा पाए अलैहिस्सलाम के बिल्कुल। लिए कोई लफ्ज़ ऐसा मिल जाए जो सारे नबियों के लिए इस्तेमाल हुआ है, वो कहीं गिरा पड़ा अद्दा पचद्दा मफहूम देता हो, तो वो पकड़ के तो कहीं कि ईसा अलैहिस्सलाम फौत हो गए हैं, अब ईसा अलैहिस्सलाम की जगह मिर्ज़ा साहब ने मुफ्ती बनना है और अच्छा, उनको बनाया गया। फौत का अरबी में क्या? ये सारा फौत ड्रामा का अरबी में सिर्फ एक लफ्ज़ है माता, उसके अलावा कोई नहीं है। फलम्मा तवफ़ैतनी का भी आप मौत नहीं लेते, कद खलत का भी आप नहीं लेते, सिर्फ माता आएगा तो आप कहेंगे वफात है, उसके अलावा नहीं है।
हाँ मुवफ़्फ़ा तौफ़ीक़ कई नहीं जगह कुरान में कितनी आयतों में आया है? क्या मौत है हर जगह उसका मानी? اب نہیں جو اس آیت کی بات جو یہ جو وہ فلما توفیتنی भाई جی मुबश्शिर साहब, अल्लाह ताला को इतना छुपा के लुको के पर्दे में लपेट بالکل बहुत हो गए हैं। तो नबी अलैहिस्सलाम के बारे में जिस तरह है इनको भी मौत आनी है, आपको भी मौत आनी है। जब सारे लोगों के लिए मौत के लिए मौत का है, इस तरह का लफ्ज आया है, इसका मतलब मौत उनको नहीं आई है। ये सारी اچھا یار ड्रामेबाजी بات की سنیں जाती है, عامر بھائی آپ چلیں मुसीबत ڈرامے تاکہ بازی مرزا سمجھیں صاحب آپ کو उनकी مجھے जगह फिट किया जाए। اس آیت کا مفہوم بتا دیں یار آپ پھر مرزا صاحب قرآن کی بات ہو رہی ہے آپ اس آیت کا بھائی مفہوم سمجھا دیں کیا بنتا ہے معنی مفہوم وہ بتا دیا ہے، وہ بتا ہاں دیا۔ اب مرزا صاحب کا پتہ کریں انہوں نے کیا دعویٰ کیوں بتا کیا دیا ہے، ان سے آپ نے تو پوچھیں یہ باقی بتایا کہ بس آیت کا معنی اس کو پڑھا کریں تلاوت کیا کریں اس کے علاوہ آپ نے کچھ نہیں بتایا میں نے بتایا ہے کہ اصل جو بندہ مدعی ہے نا اس کا کریں، وہ کیوں نہ کرتا کہ میں عیسیٰ ہوں، اس سے پوچھیں اس کو کس نے کہا کہ تو عیسیٰ بن گیا ہے؟ اس آیت کا مطلب کیا ہے یہ بتائیں مجھے آپ مفہوم سمجھائیں بس باقی آپ جو اگلی باتیں اگلی کس پچھلی آیت باتیں آیت سے کیوں بھاگ رہے ہیں آپ نہیں اگلی پچھلی نا مرزا صاحب نہیں کا نا نام لے اس طرح کی اس دیکھیں آیت بات لگے نہ رہو کریں بیٹھے اللہ تعالیٰ عامر بھائی ایک منٹ دیکھیں آپ مسئلہ یہ ہے کہ آپ ٹونٹ کریں گے تو پھر آگے سے ابھی پورا آپ کے ساتھ آیت کے اوپر ہی بات ہوئی نا قد خلت والی آیت ہے ٹھیک ہے 5-10 منٹ 15 منٹ کیا وہ جو تو کہیں نہیں سنیں ٹھیک ہے عامر بھائی کو کر بھی رہے ہیں عامر وہ بھائی تھوڑا ٹونٹ خیال نہیں رکھ لیں ہے یار آپ لیکن آپ وہ یہ بھی غلط ٹونٹ بات کر رہے نہ ہیں میں ان کریں سے کہ بات کر رہا ہوں انصاری انصاری سے بات کر رہا ہوں آیت سے بھاگا جا رہا ہے یہ اس طرح کی باتیں جو ہے نا کریں ابھی آپ کے سامنے آیت کے اوپر ہی بات کی پیر اسکانی صاحب نے بھی بات کی عامر بھائی نے بھی بات کی میں نے بھی چلے بات میں کی معذرت چاہتا ٹھیک ہے نا ہوں اس کو میں بھاگنا تو نہیں معذرت کہتے چاہتا نا ہوں میں ہاں صرف جی آیت کا مفہوم خیال سمجھنے کریں آیا تھا خیال کریں چلے میں معذرت چاہتا ہوں اگر آپ کو ٹونٹ لگا تو میں صرف عامر ٹونٹ بھائی ہے سے لگا آیت کا نہیں مفہوم ٹونٹ ہے سمجھنے ہی آیا تھا کیونکہ خواجہ ریحان علی صاحب چلے معذرت کر لی ہے نا بھائی معذرت تو سرعام کر لی ہے نا میں نے کنٹینیو کریں ہوں تو عامر بھائی مجھے اس کا مفہوم سمجھا دیں مجھے مفہوم نہیں سمجھ آئی اس کا پلیز آپ بجائے یہ کہ آپ کہیں کہ مرزا صاحب نے یہ کہا وہ کہا اس کو چھوڑیں آپ مجھے اس آیت کا مفہوم سمجھا دیں اس آیت کا مفہوم کیا ہے کس آیت کا کہہ رہے ہیں یہ اسی کا وما محمد الا رسول قد خلت من قبلہ الرسل افإن مات او قتل اچھا میں نے تو اپنے طور سے بتا دیا جو بتانا تھا آپ نے خاص عامر بھائی سے پوچھنا ہے تو پتہ نہیں وہ کچھ الگ معنی ان کے اوپر کھولے ہوں گے تو شاید وہ بتائیں گے چلیں ٹھیک ہے کوئی بات نہیں میں نہ عامر بھائی ویسے چلیے مبشر صاحب پہلے آپ بول لیتے ہیں چل نہیں میں کہہ رہا تھا میں عامر بھائی چلے میں عامر بھائی ابھی مصروف ہیں پھر بعد میں آ کے ان سے بات کر لیں گے کوئی بات نہیں آپ جانے سے پہلے مبشر صاحب عامر بھائی میں صرف ایک بات عرض کرنا چاہتا ہوں یہ مبشر صاحب کو میں بڑا اچھا سمجھتا تھا وہ ابھی بھی اچھے اللہ ان کو ہدایت دے لیکن یار مبشر صاحب ایک دفعہ آپ نے ایک بات کی تھی بڑا اللہ جانتا ہے دل دکھا بھی تھا اور تھوڑی سی خوشی بھی ہے خوشی ہے کہ مرزا صاحب نے جو امت چھوڑی ہے زیادہ سے زیادہ ماشاءاللہ شاتم ہوتی جا رہی ہے توبہ استغفار دکھ اس بات سے تھا آپ جیسے پڑھے لکھے بھائی اگر اماں عائشہ پہ تبرہ کریں گے عیسائیوں کا نام لے کے کرسچنز کا نام لے کے ملحدین کا نام لے کے تو بڑا افسوس کی بات ہے اگر میں کیا آپ کسی کے سامنے کہنا چاہیں گے کہ پپو ملک میری ماں کے بارے میں یہ الزام لگاتا ہے آپ اپنی ماں کا ذکر کرنا چاہیں گے پپو ملک اگر بڑا ہی گندا بندہ ہے غلیظ بندہ ہے آپ کی ماں کے بارے میں غلط باتیں کر رہا ہے لیکن آپ میں میرے خیال میں اتنی شرم ہوگی آپ اپنی ماں کا ذکر نہیں کریں گے کہیں بھی مر جائیں گے لیکن یہ کبھی بھی کسی محفل میں نہیں کہیں گے پپو ملک میری ماں کے بارے میں یہ باتیں کرتا ہے تو سر آپ نے اپنی ہی براڈ پہ آپ نے کسی احمدی بھائی کی آپ کی اپنی براڈ تھی آپ نے اماں عائشہ کے بارے میں عیسائیوں کا ریفرنس دے کے کہ وہ کہتے ہیں جی اماں عائشہ کے بارے میں جبکہ آپ کو پتہ ہے کہ قرآن میں کیا آیات آئی ہیں تو افسوس یہ ہوا ہے کہ آپ جیسے بھائی بھی یہ باتیں کرتے ہیں اور خوشی تھوڑی اس بات کی ہے کہ مرزا صاحب کی امت جو ہے نا امین شاتموں سے بڑھتی جا رہی ہے اور یہ ہمارے تھوڑے حق میں بھی جاتا ہے جزاک اللہ پپو بھائی جزاک اللہ سب سے پہلے تو مبارک ہو کہ کسی براڈ پہ آپ کو لیا گیا
میں آپ کو اس بات کی مبارک پیش کرتا ہوں. جی، اور اس بات کی میں اچھا آپ کو بات مبارک تو دیتا کر ہوں، لینے دیں سیکھیں. بھائی, میں نے جی چپ کر کے بات سنی ہے آپ کی, مجھے جواب دے لینے دیں اب. تو مجھے بڑی خوشی ہوئی ہے کہ آپ کو اب ایک براڈ پہ فائنلی لیا گیا ہے, تو ظاہر ہے اب آپ نے اپنی سیٹ بچانے کے لیے ایسی آپ باتیں کریں گے, مجھے شاتم رسول ثابت کریں گے کسی احمدی کو, تو ظاہر ہے آپ کی پھر سیٹ بنی رہے گی. ابھی آپ کوئی کسی احمدی کے حق میں بات کریں گے تو آبویسلی اس براڈ سے بھی اتار دیے جائیں گے, پھر سارا دن گزارنا بہت مشکل ہو جاتا ہے. تو وہ میں سمجھتا ہوں آپ کی وہ مجبوری, تو اس لیے میں آپ کو اس بات کا اور دوش چپ نہیں کرتے نا, دیتا. میں آپ کے دیکھیں حق اب میں ایک بات کرنے لگا ہوں, ابھی آپ کے حق میں تھوڑی سی بات آپ کرنے بیچ لگا میں ہوں. اب کاٹ رہے ہیں, میں نے آپ کی بات چپ کر کے بات سنی. کرنے دیں پپو, ان کو بات مکمل کرنے دیں پلیز. جزاک اللہ. تو میں اب جو سا آپ کو پہلے تو مبارکباد دیتا ہوں, دوسرا میں آپ کے ساتھ اظہار ہمدردی بھی کرتا ہوں کہ آپ کو اتار دیا جاتا ہے آپ کی صحیح باتیں کرنے کی وجہ سے. اس لیے اگر آپ کوئی غلط بات کر کے تو اپنا اس براڈ پہ اپنی سیٹ بچانا چاہتے ہیں, تو میں آپ کے بالکل اس حق میں ہوں, تاکہ آپ کا ٹائم اچھا گزرے سارا دن. پھر اگر ظاہر ہے باتوں کا چسکا نہیں لگتا تو ٹائم اچھا نہیں گزرتا. تو یہ ایک واحد براڈ ہے جس میں آپ کو بٹھایا جائے گا. تو اب آپ مجھے شاتم رسول ثابت کریں گے کسی احمدی کو, تو ظاہر ہے آپ کو شاید ہو سکتا ہے کہ ابھی تو نیچے, اب آپ اوپر بیٹھے جائیں گے سب سے ٹاپ پہ, تو اس کی بھی میں آپ کو مبارکباد. دوسرا یہ ہے کہ میں تو رسول پاک صلی اللہ علیہ وسلم کا ادنا سا غلام ہوں, میں تو سوچ بھی نہیں سکتا بینگ این احمدی رسول پاک صلی اللہ علیہ وسلم کی یا کسی کی توہین کی جائے. اگر وہ آپ کو بات جو لگی ہے, یا آپ کہتے ہیں عیسائیوں والی بات کا, تو جب آپ آ کے مرزا صاحب کے بارے میں آپ کہتے ہیں ان کی کتاب میں گالیاں لکھی ہوئی ہیں اور آپ دکھا نہیں سکتے آپ نے گالیوں کا نام ہے, میں نے اس کو الزامی طور پہ کہا تھا کہ عیسائی بھی یہ باتیں ثابت نہیں کر سکتے لیکن وہ یہ کہتے ہیں. تو پھر اگر آپ مرزا صاحب کے بارے میں بھی ایسے باتیں کریں جو آپ ثابت نہ کر سکیں, تو پھر عیسائیوں کی باتوں کو میں نے آپ کو یہ صرف الزامی طور پہ کہا تھا. باقی میری رسول پاک صلی اللہ علیہ وسلم پہ اور ان کی آل اولاد پہ میری جان بھی قربان. بس اتنی سی بات کا آپ کا جواب دوں گا. جزاک اللہ. چلیں یار, اس بات کو ویسے اسلام میں تو یہ جو بندہ خود کہتا ہے اس کی ماننی چاہیے, لیکن یار الزامی جواب کے طور پہ بھی میں نے جیسے کہا نا کہ اما عائشہ کے بارے میں آپ نے ایسی بات کی, تو کوئی مسلمان بغیرت سے بغیرت پپو ملک سے بھی بڑا بغیرت ہوگا نا, تو وہ ایسی بات کبھی بھی الزامی جواب میں بھی نہیں کرے گا. لیکن آپ کے نبی کی سنت ہے الزامی جواب میں نبیوں کو بھی گالی دے دینا, تو پھر اما عائشہ کی تو کوئی ان کے نبیوں کے مقابلے میں تو شاید ہی کوئی نہیں. ٹھیک ہے, جی بالکل, یہ آپ کا فہم ہے. جس کو آپ نبی سمجھتے ہیں آپ ان کو گستاخی لگے, جن کو عیسائی نبی نہیں سمجھتے ان کی بات ویسے ہی ہے. تو عیسائی جس کو نہیں نبی سمجھتے وہ بھی جسٹیفائڈ ہیں, آپ جن کو نبی نہیں سمجھتے آپ بھی جسٹیفائڈ ہیں. ہم تو اچھا, بیچ اس میں, بات کو ہم ابھی میرے دونوں خیال کو میں نبی ایک سمجھتے ہیں. طرف کر دیں, ٹھیک ہے نا. پپو بھائی آپ بھی چھوڑیں, اور کوئی سوال ہو اگر آپ کا تو پیش کریں, عبدانی بھائی بھی ہیں. بہت شکریہ جی, جزاک اللہ. پھر انشاءاللہ بات ہوگی. جزاک اللہ جی, تھینک یو. جزاک اللہ جی. جی رائل بھائی بہت ویسے ایک عبدالرافی بھائی بھی بیٹھے ہیں پیر سبھی یار, ویسے یہ جو آیت انہوں نے بولی ہے نا, یہ ویسے اگر ربط آپس کی بات ہے, ایمان کی بات, اگر ربط دیکھا جائے نا, یہ جو آیت کا ربط بنتا ہے نا, اس سے تو یہ اندیشہ ہوتا ہے یا لگتا ہے کہ پہلے جو انبیاء ہیں وہ فوت ہو گئے ہیں, اگر ہم ربط کو دیکھیں جس طرح یہ مبشر صاحب بیان کر رہے تھے. لیکن ظاہر ہے ہم نے ایک آیت کو پورے قرآن کو جب آپ دیکھیں گے ایز اے ہول, تو ہمیں پتہ چلتا ہے کہ کیٹیگوریکلی ایک جگہ پہ حضرت عیسیٰ علیہ السلام کی موت کے بارے میں اگر نہیں آیا, ٹھیک ہے, تو پھر ہم کیسے کہہ سکتے ہیں کہ سارے انبیاء فوت ہو گئے. لیکن اگر اس کو اکیلا دیکھا جائے نا, اس آیت کو اسپیسیفکلی, تو کوئی بھی میرے خیال میں اگر بندہ کوئی نیوٹرل ہو کے سنے تو اس کا مطلب یہی بنتا ہے گزر گئے, تم سے پہلے گزر گئے, اور پھر اگر یہ قتل کر دیے جائیں تو اس کا ربط یہی بنتا ہے کہ پہلے والے انبیاء فوت ہو گئے ہیں. باقی اللہ بہتر جانتا ہے, ظاہر ہے علماء بہتر جانتے جو ہیں. لوگ تو بھائی جو پپو لوگ صاحب پپو گزر بھائی گئے بات ہیں. یہ ہیں, جو لوگ آیات کو ترجموں سے پڑھنے کی اور سمجھنے کی کوشش کرتے ہیں نا, ان کو تو شاید ایسا لگے, لیکن جو اس زبان سے واقفیت رکھتے ہیں لوگ, جو قرآن کی زبان سے واقفیت رکھتے ہیں, ٹھیک ہے نا, ان کو تو ربط بالکل نظر آ گیا ہے کہ پچھلے انبیاء کرام کے گزرنے کا بھی ذکر آ گیا ہے اور رسول اللہ صلی اللہ علیہ وسلم کی موت کا بھی ذکر آ گیا ہے, ٹھیک ہے نا. جو ربط دیگر لوگ بنانے کی کوشش کر رہے ہیں, خالی ترجمے کو, اردو کا ترجمہ پڑھ لیا یا انگلش کا ترجمہ پڑھ لیا اور اس سے جو ہے وہ اپنا ایک مسئلہ نکال لیا انہوں نے, ٹھیک ہے نا. ہو سکتا ہے ان کے ذہنوں میں یہ اشکال موجود ہوں, لیکن جو اس زبان سے واقفیت رکھتے ہیں نا, جو ان لوگوں کے بیچ میں رہے بھی ہیں اور جنہوں نے ان سے سیکھی ہے یہ زبان, ٹھیک ہے نا, ان کو کوئی مسئلہ نہیں ہے ان دونوں چیزوں کے بیچ میں ربط پیدا کرنے کا. بھائی اگر موت یا وفات تو پھر خلط کا لفظ کہنے کی ضرورت کیا تھی بھائی؟ یہ نہیں ہے نا, اس میں یہ کہ اس سے پہلے کچھ رسول گزرے ہیں,
ان میں مرے بھی نہیں ہیں، یہ بھی تو ہم مطلب نکال سکتے ہیں نا. کچھ ایسے ہیں جو فوت بھائی یہاں پر خلا کی جگہ موت بھی تو ہو سکتا تھا نا. ہاں وہی ہے نا. وما محمد اچھا اللہ رسول قد بات من قبلہ الرسل، ایسا بھی تو ہو سکتا تھا. ہاں بالکل. پوائنٹ. اچھا اور باقی والی بات ہے جن پہ قرآن جس زبان میں رہتا رہے، عربیوں کو سب سے زیادہ عربی آتی ہے نا، ہم پاکستانیوں کو تو نہیں عربی زیادہ آتی، تو جو ان کا عربیوں کو مفہوم ہے نہیں یہ غلط بات ہے، غلط بات. ایک پاکستانی بھی اگر عربی کو عربی سمجھ کے سیکھے تو اس کو وہ ربط نظر آئے گا. ہاں وہی ہے نا. ٹھیک ہے نا، عربیوں کی بات نہیں کر رہے یہاں پر. نہیں عربی نہیں کافی عربی ہیں جن کو نہیں آتی، جی جن کو معذرت، سمجھ میں صحیح نہیں کہا آتا، ہے لیکن قرآن کی زبان کو سمجھ کے کوئی اگر سیکھے گا تو اس کو ربط نظر آئے گا. اچھا یہ فوت لفظ کا انہوں نے پوچھا نا، تو موتی ہوتا ہے کیا؟ تو مرزا صاحب نے بھی کشتے نوح میں یہ آیت یا عیسیٰ انی متوفی کا اور رافع کے لیے یوز کی ہے نا. جب ان کا حمل نکلا تو کہتے ہیں یہ الہام ہوا، اور یہاں اس الہام سے پتہ لگ گیا کہ وہ عیسیٰ پیدا ہو گیا. تو یہاں توفیتنی کا مطلب مرزا صاحب نے پیدا ہونا نکالا ہے. خیر فوت لفظ جو ہے نا سورہ سبا میں آیا ہے نا، آخری آیتیں سورہ سبا کی، فلا فوت و اخذو، یہاں پہ موت معنی ہے ہی نہیں. تو فوت لفظ جو ہے نا موت کے معنی میں نہیں ہے انلیس قرینہ ہو. وفا کی بات کر رہے ہیں آپ؟ جی ہاں، موت کا جی قرینہ ہو تو وہاں پر، ورنہ ہاں وفا قرینہ ہو نا. کے معنی جو ہیں وہ اخذ کرنے کے، لینے کے، حتیٰ پورا کرنے کے. یتوفاہن الموت، حتیٰ یتوفاہن الموت، یہاں یتوفاہن تک جب الموت، موت یعنی ان کہ کو ان اٹھا کی لے. زندگی پوری ہو جائے. ہاں پوری ہو جائے یا موت ان کو اٹھا لے. تو اب راہیل بھائی سے سورہ سبا کے آخری آیت کا دیکھ لیں، فلا فوت و اخذ، ترجمہ کیا کیا ہے لوگوں نے اردو کے جو قرآن کے ٹرانسلیشن ہے ان میں انہوں نے کیا کیا ہے کون سی جو آیت ہے؟ مشہور ہے. سورہ سبا ہے نا، یاسین سے پہلے ہے نا، فاتر کے بعد سبا ہے، تو اس میں ہے آیت فلا فوت و اخذو. اچھا میں یہ ٹرانسلیشن نکال رہا ہوں. فلا فوت و اخذو، اب رافع بھائی پیچھے آواز آ رہی ہے آپ کے، مائک میوٹ کریں فیملی کی شاید. ہاں یہ ترجمہ ولو ترى، ہاں یہ ترجمہ ولو ترى اذ فزعوا فلا فوت